Please subscribe to our YouTube channel and press the bell icon for the latest updates. ਉਹ ਛੱਡ ਦੇ ਛਬੀਲਿਆ ਜਵਾਨ ਮੁੰਡਿਆ ਬੜਾ ਸੋਹਣਾ ਨੱਚਦਾ ਮੈਦਾਨ ਮੁੰਡਿਆ ਆਸ਼ਿਕਾਂ 'ਚ ਆਪਣਾ ਸ਼ੁਮਾਰ ਕਰ ਲੈ ਪਿਆਰ ਕਰ ਲੈ ਵੇ ਆਜਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਦੀਸ਼ਾ ਖੰਨਾ। ਅੱਜ ਅਸੀਂ ਗੱਲ ਕਰਾਂਗੇ ਇੰਗਲਿਸ਼ ਦੇ ਬਾਰੇ। ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਡਾਕਟਰ ਦੀਸ਼ਾ ਖੰਨਾ ਬਾਰੇ। ਸ਼ੀ ਹੈਜ਼ 15 years of teaching experience. She is Deputy Dean at GNA University and she is a poetess, she is a freelancer and much more. So ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਦੀਸ਼ਾ ਖੰਨਾ, ਜਿਨ੍ਹਾਂ ਨੂੰ ਮੈਂ ਪਿਆਰ ਨਾਲ ਡਾਕਟਰ ਇੰਗਲਿਸ਼ ਵੀ ਕਹਿੰਦੀ ਹਾਂ ਬਿਕੋਜ਼ ਜਿੱਥੇ ਮੈਂ ਅੜ ਜਾਂਦੀ ਹਾਂ ਸੋ ਆਈ ਆਲਵੇਜ਼ ਟੇਕ ਹਰ ਐਡਵਾਈਸ। ਸੋ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਨੇ ਦੇ ਲਵ ਪੰਜਾਬੀ। ਮੈਂ ਖੁਦ ਮੈਨੂੰ ਪੰਜਾਬੀ ਬੋਲਣਾ ਬਹੁਤ ਪਸੰਦ ਆ, ਪੰਜਾਬੀ ਲਿਖਣਾ ਬਹੁਤ ਪਸੰਦ ਆ, ਬਟ ਯੈਸ ਇੰਗਲਿਸ਼ ਜਦੋਂ ਅਸੀਂ ਇੱਕ ਸੈਕਿੰਡ ਲੈਂਗੁਏਜ ਦੀ ਗੱਲ ਕਰਦੇ ਹਾਂ ਤੇ ਸਾਡੇ ਪੰਜਾਬ ਦੇ ਬੱਚੇ ਜਾਂ ਅਸੀਂ ਖੁਦ ਵੀ ਬਹੁਤ ਸਾਰੇ ਪੈਸੇ ਜਿਹੜੇ ਉਜਾੜਦੇ ਆ ਇੰਗਲਿਸ਼ ਤੇ ਬਿਕੋਜ਼ ਸਾਨੂੰ ਲੱਗਦਾ ਕਿ ਉਹ ਸਾਨੂੰ ਸਪੈਸ਼ਲ ਪੈਸੇ ਦੇ ਕੇ ਸਿੱਖਣਾ ਪਏਗਾ ਜਾਂ ਸਿੱਖਣੀ ਚਾਹੀਦੀ ਹੈ ਤੇ ਫੇਰ ਹੀ ਸਾਨੂੰ ਆਏਗੀ। ਸੋ ਇਹ ਸਾਰੇ ਜਿਹੜੇ ਵਹਿਮ ਆ ਉਹ ਅੱਜ ਦੀ ਇੰਟਰਵਿਊ ਤੋਂ ਅਸੀਂ ਕੱਢਨੇ ਨੇ ਕਿ ਇੰਗਲਿਸ਼ ਇਜ਼ ਜਸਟ ਅ ਲੈਂਗੁਏਜ। ਇੰਗਲਿਸ਼ ਸਿਰਫ ਇੱਕ ਜਿਹੜੀ ਆ ਉਹ ਲੈਂਗੁਏਜ ਹੈ, ਇੱਕ ਭਾਸ਼ਾ ਹੈ ਜਿਹਨੂੰ ਅਸੀਂ ਘਰੋਂ ਹੀ A ਤੋਂ ਲੈ ਕੇ ਜਿਹੜਾ ਬੈਸਟ ਆਫ ਦ ਬੈਸਟ 100 ਆਊਟ ਆਫ 100 ਜਿਹੜਾ ਅਸੀਂ ਸਿੱਖ ਸਕਦੇ ਹਾਂ ਘਰੇ ਬੈਠ ਕੇ ਹੀ। ਸੋ ਵੀ ਡੋਂਟ ਨੀਡ ਟੂ ਸਪੈਂਡ ਸੋ ਮਚ ਮਨੀ ਕਿ ਬਹੁਤ ਸਾਰੇ ਪੈਸੇ ਅਸੀਂ ਦੇ ਕੇ ਹੀ ਚੀਜ਼ਾਂ ਨੂੰ ਅਸੀਂ ਸਿੱਖ ਸਕਦੇ ਹਾਂ। ਐਂਡ ਕਿਵੇਂ ਅਸੀਂ ਆਪਣੇ ਲਈ ਇੱਕ ਆਇਲਸ ਸੈਂਟਰ ਚੂਜ਼ ਕਰਨਾ ਹੈ ਜਾਂ ਅਸੀਂ ਆਇਲਸ ਦੀ ਕਿਵੇਂ ਤਿਆਰੀ ਸਾਨੂੰ ਕਰਨੀ ਚਾਹੀਦੀ ਆ, ਜਾਂ ਸਾਨੂੰ ਆਇਲਸ ਦੀ ਜੇ ਨਹੀਂ ਵੀ ਜ਼ਰੂਰਤ ਤੇ ਫਿਰ ਵੀ ਅਸੀਂ ਇੰਗਲਿਸ਼ ਨੂੰ ਕਿਵੇਂ ਇੰਪਰੂਵ ਕਰਨਾ ਹੈ। ਸੋ ਇਹ ਸਾਰੇ ਕੁਐਸਚਨਸ ਦੇ ਅੱਜ ਆਨਸਰ ਸਾਨੂੰ ਦੇਣਗੇ ਡਾਕਟਰ ਦੀਸ਼ਾ ਖੰਨਾ। ਸੋ ਡਾਕਟਰ ਦੀਸ਼ਾ, ਵੈਲਕਮ ਟੂ ਦ ਸ਼ੋ। ਜਿਵੇਂ ਕਿ ਆਪਣੀ ਆਡੀਅנס ਨਾਲ ਮੈਂ ਗੱਲ ਕੀਤੀ ਕਿ ਵੀ ਵਿਲ ਬੀ ਟਾਕਿੰਗ ਅਬਾਊਟ ਦ ਇੰਗਲਿਸ਼ ਲੈਂਗੁਏਜ। ਅੱਜ ਅਸੀਂ ਇੰਗਲਿਸ਼ ਦੀ ਗੱਲ ਕਰਾਂਗੇ। ਸੋ ਦੇਰ ਆਰ ਸੋ ਮੈਨੀ ਪੀਪਲ ਲਾਈਕ ਡਾਕਟਰ ਦੀਸ਼ਾ ਕਿ ਜੋ ਪੰਜਾਬ 'ਚ ਹੀ ਪਲੇ ਆ, ਪੰਜਾਬ 'ਚ ਹੀ ਪੜ੍ਹੇ ਆ ਐਂਡ ਦੇ ਸਪੀਕ ਸੋ ਵੈਲ ਐਂਡ ਦੇ ਆਰ ਹੈਡਿੰਗ ਡਿਪਾਰਟਮੈਂਟਸ ਇਨ ਯੂਨੀਵਰਸਿਟੀਜ਼। ਸੋ ਐਨੀਥਿੰਗ ਇਜ਼ ਪੋਸੀਬਲ ਹੀਅਰ ਓਨਲੀ। ਸਾਨੂੰ ਏਦਾਂ ਸੋਚਣ ਦੀ ਵੀ ਜ਼ਰੂਰਤ ਨਹੀਂ ਹੈ ਕਿ ਸ਼ਾਇਦ ਪੀਪਲ ਹੂ ਆਰ ਇਨ ਡਿਫਰੈਂਟ ਕੰਟਰੀਜ਼ ਜਾਂ ਜਿਹੜੇ ਬਹੁਤ ਅੱਛੇ ਸਕੂਲਸ 'ਚ ਪੜ੍ਹੇ ਨੇ ਉਹੀ ਇੰਗਲਿਸ਼ ਬਹੁਤ ਵਧੀਆ ਬੋਲ ਸਕਦੇ ਤੇ ਇਸ ਦੀ ਜਿਹੜੀ ਆ ਕੋਈ age ਨਹੀਂ ਹੁੰਦੀ। So today we have Doctor of English with us, Dr. Disha Khanna. So let's start from your introduction. ਤੁਸੀਂ ਆਪਣੇ ਬਾਰੇ ਦੱਸੋ ਸਾਨੂੰ ਕਿ from where you started and how you became the Doctor of English. but ਮੈਂ ਤੁਹਾਨੂੰ Doctor of English ਹੀ ਕਵਾਂਗੀ because for me you are the one of the best resource. थैंक यू फॉर द इंट्रोडक्शन मनदीप जी। अगर तुसी मेरी गल करो, मैं कोई हाई क्लास एनवायरनमेंट विच नहीं पली बड़ी। अगर मेरी परवरिश की बात की जाए तो आई हैव नो डाउट स्टडीड फ्रॉम अ कॉन्वेंट एजुकेटेड स्कूल दैट वाज सेंट जोसेफ कॉन्वेंट। सो मेरी स्कूलिंग टिल 10th ग्रेड सेंट जोसेफ कॉन्वेंट से ही हुई थी एंड वहां पे मेरी कोई इंग्लिश इतनी अच्छी नहीं थी। रादर मेरी टीचर्स मुझे कंप्लेन करती थी दैट आई एम नॉट दैट मच वर्बल इनटू स्पीकिंग स्किल्स। बट स्लोली एंड स्टेडली एनवायरनमेंट सारा ऐसा था कि जदों असी पढ़ना शुरू किया तो जो इंग्लिश दी क्लासेस होंदियां सीगियां तां ऑटोमैटिकली टीचर सानू कदी पक्के पकाए नोट्स नहीं दिंदे सी। जिद्दां आजकल तुसी देखो MBD गाइड्स एंड मेनी अदर SWAN गाइड्स मिल जांदियां, पर हमारे टाइम पे ऐदा कुछ नहीं अवेलेबल हो रहा सी। सो अपने आप देख के अपने आस-पास दे बच्चों नू देख के एनवायरनमेंट ऐदा दा मिलिया, घर विच माहौल ऐदा दा सीगा। सो एक माइंडसैट बन गया कि यही मेरा एक नॉर्मल है जिन्हों मैं अपनाना है। एंड कभी भी मैं एहो जिहा बच्चा नहीं सी जो अपनी किसी इच्छा नू दबा के रखती। सो आई हैड दिस पैशन कि मैंने इंग्लिश जो बोलना है उसके ऊपर अपना होल्ड आप ही बनाना है। तो मैंने क्या किया, मैंने कभी भी अपने आप को लो वाइब्रेशन नहीं किया। आई ऑलवेज थॉट दैट आई नीड टू वाइब्रेट हाई। एंड जो मेरे आस-पास दे जेड़े भी बच्चे ने, जेड़े मेरे नाल दे स्टूडेंट्स जेड़े इकट्ठे पढ़ते सी, मैं उन्हां नू हमेशा एक लाइव रैट्स की तरह ट्रीट किया कि मेरे एक्सपेरिमेंटल चूहे ने जो ਅਸੀਂ ਬਾਇਓਲੋਜੀ ਲੈਬ ਦੇ ਉੱਤੇ ਐਕਸਪੈਰੀਮੈਂਟ ਕਰਦੇ ਨੇ ਕਿ ਘਰ ਜਾ ਕੇ ਮੈਨੂੰ ਇਹ ਮਾਹੌਲ ਨਹੀਂ ਮਿਲੇਗਾ। ਆਬਵੀਅਸਲੀ ਮੇਰੇ ਮਮਾ ਮੇਰੇ ਨਾਲ ਇੰਗਲਿਸ਼ ਵਿੱਚ ਗੱਲ ਨਹੀਂ ਕਰਨਗੇ ਐਜ਼ ਯੋਰ ਮਮਾ ਜਾਂ ਮੇਰੇ ਮਮਾ, ਸਾਡੇ ਪੈਰੈਂਟਸ ਨਹੀਂ ਬੋਲਦੇ ਨੇ। ਸਲੋਲੀ ਐਂਡ ਸਟੈਡੀਲੀ ਜਦੋਂ ਸਾਨੂੰ ਐਕਸਪੋਜ਼ਰ ਮਿਲਣਾ ਸ਼ੁਰੂ ਹੋਇਆ ਤਾਂ ਮੈਂ ਸੋਚ ਲਿੱਤਾ ਕਿ ਮੈਂ ਇੰਗਲਿਸ਼ ਨੂੰ ਇੱਕ ਹਵਾ ਬਣਾ ਕੇ ਨਹੀਂ ਰੱਖਣਾ। ਨਾਰਮਲੀ ਤੁਸੀਂ ਦੇਖੋਗੇ ਯੰਗਸਟਰਸ ਨੂੰ ਬਾਹਰ ਜਾਣ ਦਾ ਕ੍ਰੇਜ਼ ਬੜਾ ਹੁੰਦਾ ਹੈ, ਪਰ ਉਹਨਾਂ ਨੂੰ ਅੰਗਰੇਜ਼ੀ ਦਾ ਇਹ ਵੀ ਪਤਾ ਕਿ ਸਾਡੀ ਵੀਕਨੈਸ ਹੈ, ਪਰ ਉੱਤੇ ਕਿੰਨਾ ਹੋਲਡ ਪਾਣਾ ਹੈ ਉਹਨਾਂ ਨੂੰ ਸਮਝ ਨਹੀਂ ਆਉਂਦਾ। ਤਾਂ ਮੈਂ ਚੀਜ਼ ਸੋਚ ਲਈ ਸੀ ਕਿ ਮੈਂ ਆਪਣੇ ਆਪ ਨੂੰ ਕਦੀ ਵੀ ਕੰਪੇਅਰ ਬਾਕੀਆਂ ਨਾਲ ਨਹੀਂ ਕਰਨਾ, ਮੇਰਾ ਕੰਪੀਟੀਸ਼ਨ ਮੇਰੇ ਆਪਣੇ ਨਾਲ ਹੈ। ਤਾਂ ਸਾਡੇ ਟਾਈਮ ਤੇ ਮਨਦੀਪ ਜੀ ਤੁਸੀਂ ਪੱਕਾ ਮੇਰੇ ਨਾਲ ਐਗਰੀ ਕਰੋਗੇ, ਸਾਡੇ ਕੋਲ ਉਦਾਂ ਦੇ ਇੰਟਰਨੈਟ ਰਿਸੋਰਸਸ ਵੀ ਨਹੀਂ ਸੀ। ਹੁਣ ਤਾਂ ਬੱਚਾ ਕੋਲ ਇੰਨਾ ਕੁਝ ਹੈ, ਜਸਟ ਅ ਕਲਿਕ ਆਫ ਅ ਮਾਊਸ ਦੇ ਕੈਨ ਗੈਟ ਟੂ ਨੋ what all apps they have from which they can learn. So मेरी जर्नी मेरी अपने आप ही शुरू हुई सारी।
ਗ੍ਰੇਟ। ਮੇਰਾ ਇਹ ਵੀ ਕੁਐਸਚਨ ਹੈ ਕਿ ਬਹੁਤ ਸਾਰੇ ਲੋਕਾਂ ਨੇ ਐਮਏ ਇੰਗਲਿਸ਼ ਤੇ ਕੀਤੀ ਹੈ ਬਟ ਉਹਨਾਂ ਨੂੰ ਵੀ ਇੰਗਲਿਸ਼ ਚੰਗੀ ਤਰ੍ਹਾਂ ਨਹੀਂ ਆਉਂਦੀ, ਵਾਈ ਸੋ ਆਈ ਥਿੰਕ ਦਿਸ ਇਜ਼ ਅ ਡਿਫਰੈਂਟ ਕੁਐਸਚਨ ਵਿਚ ਵਾਸ ਇਨ ਮਾਈ ਮਾਈਂਡ ਕਿ देयर आर सो मेनी पीपल ਜਿਨ੍ਹਾਂ ਨੇ ਐਮਏ ਇੰਗਲਿਸ਼ ਕੀਤੀ ਹੁੰਦੀ ਹੈ ਬਟ ਦੇ ਆਰ ਆਲਸੋ ਨਾਟ that efficient. Yeah, Mandeep, very rightly said and a very well question which has been crafted. This is a very common thing. अगर मैं अपने टाइम पे सोचूं तभी लोगों को होता था कि हम एमए इंग्लिश कर लेगी लड़की तो इसकी शादी एक अच्छे परिवार में हो जाएगी। तद एमए इंग्लिश ਦਾ ਇੱਕ ਰੁਤਬਾ ਅਲੱਗ ਜਿਹਾ ਹੀ ਹੁੰਦਾ ਸੀਗਾ। ਤਦ ਬੱਚੇ ਸਿਰਫ ਮਾਸਟਰਸ ਕਰਦੇ ਸੀ ਤੇ ਲੱਗਦਾ ਸੀ ਉਹਨਾਂ ਦੀ ਮਾਸਟਰਸ ਇਜ਼ ਇਕੁਇਵਲੈਂਟ ਟੂ ਪੀਐਚਡੀ। ਐਂਡ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪੜ੍ਹ ਲਿਖ ਕੇ ਵੀ ਮਾਸਟਰਸ ਇੰਗਲਿਸ਼ ਕਰਕੇ ਵੀ ਅਗਰ ਤੁਸੀਂ ਸੋਚੋ ਕਿ ਬੋਲਣਾ ਹੋਵੇ ਜਾਂ ਰਾਈਟਿੰਗ ਸਕਿੱਲਸ ਤੇ ਹੋਵੇ ਉਹ ਬੱਚਿਆਂ ਦੀ ਕਮਾਂਡ ਨਹੀਂ ਹੁੰਦੀ। ਬਿਕਾਜ਼ ਗੱਲ ਉੱਥੇ ਆ ਜਾਂਦੀ ਹੈ ਤੁਸੀਂ ਟੈਕਸਟ ਖਰੀਦ ਲਿੱਤਾ ਪਰ ਟੈਕਸਟ ਨੂੰ ਕਦੀ ਪੜਿਆ ਹੀ ਨਹੀਂ। ਆਨਲਾਈਨ ਜਾ ਕੇ ਤੁਸੀਂ ਗੂਗਲ ਤੋਂ ਸਾਰੇ ਪੱਕੇ ਪਕਾਏ ਸਮਰੀਜ਼ ਪੜ੍ਹ ਲਿੱਤੀਆਂ ਔਰ ਨਾਲੇ ਜਾ ਕੇ ਤੁਸੀਂ ਸਾਰਾ ਕੁਝ ਪੇਪਰ ਤੇ ਵੋਮਿਟ ਆਊਟ ਕਰਤਾ ਤੇ ਤੁਸੀਂ ਆਪੇ ਸੋਚੋ ਮਨਦੀਪ ਜੀ ਉਹਨਾਂ ਦੀ ਕਮਾਂਡ ਕਿੱਦਾਂ ਹੋਏਗੀ। ਐਂਡ ਮੇਰੇ ਹਿਸਾਬ ਨਾਲ ਇੰਗਲਿਸ਼ ਇੱਕ ਸਿੰਪਲ ਜੀ ਪ੍ਰੈਕਟਿਸ ਹੈ ਜਿੱਦਾਂ ਪੰਜਾਬੀ ਇੱਕ ਲੈਂਗੁਏਜ ਹੈ, ਹਿੰਦੀ ਇੱਕ ਲੈਂਗੁਏਜ ਹੈ, ਇੰਗਲਿਸ਼ ਇੱਕ ਸੈਕੰਡ ਲੈਂਗੁਏਜ ਹੈ ਸਾਡੇ ਪੰਜਾਬੀਆਂ ਵਾਸਤੇ। The only thing is you need to practice is speak, speak and speak. I'm sure the way you do, the way I do, this is the only thing that can nail upon to have a good command on English. There comes my next question कि why people are so hesitant. ਲੋਕ ਕੀ ਇੰਨੇ hesitant ਕਿਉਂ ਆ ਇੰਗਲਿਸ਼ ਬੋਲਣ ਲੱਗੇ? ਹਾਲਾਂਕਿ ਮੈਂ ਵੀ ਖੁਦ ਪੰਜਾਬੀ ਬਹੁਤ ਪ੍ਰੈਫਰ ਕਰਦੀ ਬਟ where it is required I always speak in English ਜਿੱਥੇ ਲੋੜ ਪੈਂਦੀ ਹੈ। even I didn't study in ਕੋਈ ਬਹੁਤ ਹਾਈ-ਫਾਈ ਸਕੂਲ ਜਾਂ ਕਿਤੇ ਦੂਰ ਜਾ ਕੇ but still ਮੈਨੂੰ ਵੀ ਬੜੀ hesitation ਹੁੰਦੀ ਸੀ up to my 12th. so what is your observation कि why people are so hesitant? हाँ मनदीप, उसका एक ही रीजन है बच्चों में अपने आप में, इवन बच्चे हो या एक घर में होम मेकर्स हो, they feel like that they want to talk and communicate in good English. बट एक वो जो हेजिटेंट फैक्टर है ना वो एक ही है कि अगर मैं बोलांगी मैं कितने गलत तो नहीं बोल दांगी, लोग मैनू जज तो नहीं करनगे। वो एक माइंडसेट पिछे बैक एंड ऑफ द माइंड तुसी बोल रहे हो पर वो चलदा ही रहंदा है। तो जदों चलदा रहंदा तुसी कहना भी चाहो तुसी एक्सप्रेस नहीं कर पाते। जदों भी तुसी बोलना तुसी सोच सोच के बोलना है। तो अपने आप जिहड़ी लैक ऑफ कॉन्फिडेंस है वो एक पीक ते आ जांदा है ते तुसी कदी भी अपने आप नू अच्छी तरह कम्युनिकेट नहीं कर सकते। बट ओनली हिच इज लाइक पीपल डोंट हैव द हैबिट ऑफ रीडिंग। सो वन इज लैक ऑफ रीडिंग एंड अदर वन इज लैक ऑफ लिसनिंग टू इंग्लिश लैंग्वेज। आई गेस ਅਸੀਂ ਲੋਕ ਇੰਨੇ ਪੰਜਾਬੀ ਸੌਂਗਸ ਨੂੰ ਲਾਈਕ ਕਰਦੇ ਹਾਂ, ਅਸੀਂ ਉਹਨਾਂ ਦੀ ਬੀਟਸ ਤੇ ਥਪਥਪਾਉਂਦੇ ਹਾਂ, ਪਰ ਅਗਰ ਇੰਗਲਿਸ਼ 뮤직 ਵੀ ਸੁਣਿਆ ਜਾਵੇ ਜਾਂ ਇੰਗਲਿਸ਼ ਮੂਵੀਜ਼, ਲੈਕਚਰਸ ਜਾਂ ਟੈਡ ਟਾਕਸ ਹੀ ਸੁਣ ਲਿੱਤੀਆਂ ਜਾਣ, ਆਈ ਐਮ ਸ਼ੋਰ ਯੂ ਆਰ ਵਨ ਆਫ ਦ ਟੈਡ ਸਪੀਕਰਸ ਐਂਡ ਯੂ ਨੋ ਦ ਜਰਨੀ ਵਿਦ ਦ ਟੈਡ ਸਪੀਕਰਸ ਇਜ਼ ਵੈਰੀ ਈਜ਼ੀ। ਸਾਨੂੰ ਸਿਰਫ ਕਮਾਂਡ ਕਿਤੇ ਲਿਆਣੀ ਐਕਸੈਂਟ ਤੇ। ਤੇ ਅਗਰ ਤੁਸੀਂ ਸੁਣੋਗੇ ਅੱਜ ਕੱਲ ਕਿੰਨੇ ਅੱਛੇ ਅੱਛੇ ਸਪੀਕਰਸ ਨੇ, ਆਪਣੇ ਇੰਡੀਆ ਵਿੱਚ ਵੀ ਇੰਨੇ ਚੰਗੇ ਮੋਟੀਵੇਸ਼ਨਲ ਸਪੀਕਰਸ ਨੇ। ਇੱਕ ਪੰਜ ਦੋ ਕਾਜ ਇਫ ਯੂ ਸਟਾਰਟ ਲਿਸਨਿੰਗ ਟੂ ਦ ਮੋਟੀਵੇਸ਼ਨਲ ਸਪੀਕਰ, one thing is where the motivation dose mil jati hai. Second thing is you try to understand how they speak. And it's only you need to have a guru, you need to have a set role model, so follow them and just remove and shun away all the hesitation. So only thing, don't think what the others are gonna say. तो एक बड़ा अच्छा एपिसोड शेयर कर दिया मनदीप। मेरे स्कूल विच जदों मैं अपने कॉन्फिडेंस लेके आई ते मैं अपनी हैबिट बना लेती कि मैं रोज मरियम वेबस्टर डिक्शनरी तो मैं नवे वर्ड सीखने। एंड आई यूज्ड टू बी आउट ऑफ द बॉक्स चाइल्ड। मैं रोज जाके जानबूझ के अपनी क्लासमेट्स ਨੂੰ ਕੋਈ ਨਾ ਕੋਈ ਏਦਾਂ ਦਾ ਭਾਰੀ ਭਰਕਮ सेंटेंस थ्रो अवे कर देना and they used to ask Disha tu kahan se seekhi hai। until date Mandeep, my colleagues, they call me Miss Vocabulary। they say जैसे आप कह रहे हो डॉक्टर दिशा नहीं डॉक्टर इंग्लिश बोलना है, तो मुझे लगता है कि अंदर तो ਇਹ ਜਜ਼ਬਾ ਆਣਾ ਚਾਹੀਦਾ। ਜਦ ਇੱਕ ਵਾਰੀ ਇਹ ਜਜ਼ਬਾ ਕ੍ਰੀਏਟ ਹੋ ਜਾਂਦਾ ਹੈ ਇਹ ਆਪਣੇ ਆਪ ਇਹ ਮੋਟੀਵੇਸ਼ਨ ਸੈਲਫ ਮੋਟੀਵੇਟਡ ਡੋਜ਼ ਬਣ ਜਾਂਦੀ ਹੈ। ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਫਿਰ ਕਿਸੇ ਨੂੰ ਫੋਲੋ ਕਰਨ ਦੀ ਲੋੜ ਹੈ। you be your own role model, you have your own set standards and stand away from the crowd। that is what I did। so मैं अपनी ऑडियंस में भी दसना चाहनी कि मैं खुद दिशा खन्ना दी पूरी फैन हाँ। इट्स लाइक कि इन टर्म्स ऑफ हर इंग्लिश रियली शी इज अ ग्रेट टीचर एंड कदी भी सानू जरूरत पैंदी है ऑलवेज कॉन्टैक्ट टू हर एंड शी कुड बी अ गुड काउंसलर जे तुसी इंग्लिश सीखना चाहते हो। खास करके मैं एपिसोड क्यों कर रही हूँ बिकॉज बहुत सारे लोग पैसे बड़े वेस्ट करते इंग्लिश सीखण ते। आइल्स का इतना ज्यादा ट्रेंड हो गया है, सो आई एम सॉरी फॉर दोज कि जिन्हां दे आइल्स सेंटर्स ने, बट स्टिल इट्स लाइक कि एक ना डिग्री बन चुकी है इंग्लिश ਨੂੰ ਸਿੱਖਣਾ, ਆਇਲਸ ਕਲੀਅਰ ਕਰਨਾ। ਇਦਾਂ ਲੱਗਦਾ ਹੈ ਕਿ ਅੱਛਾ ਤੁਹਾਡੀ ਕੁੜੀ ਨੇ ਆਇਲਸ ਕੀਤੀ ਹੈ ਤੇ ਇਟਸ ਲਾਈਕ ਸ਼ਾਇਦ ਬੀਟੈਕ ਕਰ ਲਿਆ, ਸ਼ਾਇਦ ਇਹਨੇ ਐਮਬੀਬੀਐਸ ਕਰ ਲਿਆ। ਸੋ ਇਟਸ ਅ ਕਾਈਂਡ ਆਫ ਡਿਗਰੀ ਇਟ ਹੈਜ਼ ਬਿਕਮ। ਬਟ ਉਹੀ ਵੈਨ ਮੈਂ ਕੱਢਣਾ ਚਾਹੁੰਦੀ ਹਾਂ ਜਾਂ ਵੀ ਨੀਡ ਟੂ ਮੇਕ ਪੀਪਲ ਮੋਰ ਅਵੇਅਰ ਕਿ ਇਟ ਇਜ਼ ਜਸਟ ਅ ਲੈਂਗੁਏਜ
ਲੈਂਗੁਏਜ, ਜਿੱਦਾਂ ਕਿ ਇੱਕ ਪੰਜਾਬੀ ਆ, ਇੱਕ ਹਿੰਦੀ ਇੱਕ ਲੈਂਗੁਏਜ ਆ, ਉਦਾਂ ਹੀ ਇੰਗਲਿਸ਼ ਇੱਕ ਲੈਂਗੁਏਜ ਆ, ਤੇ ਇਹਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦੇਣ ਦੀ ਲੋੜ ਨਹੀਂ ਆ ਕਿ ਦੇयर ਇਜ਼ ਅ ਸਪੈਸ਼ਲਾਈਜ਼ਡ money is required to learn that language. So what do you think, is it important to always go through an organized course to learn English? Okay, Mandeep, again, a very nice question. I have seen myself and very young people, those who think कि अगर मैं confident हाँ, मेरी personality अच्छी है, and अगर मेरे communication skills अच्छे ने, तो मैंने अगर और कोई job ना मिले तो एक IELTS center तो मैं खोल ही लवांगी। अगर मैं ना खोला तो किसी IELTS center ना जुड़ के मैं as a trainer बन जाऊंगी। But very sorry to say, हमारे पंजाब विच बड़े limited faculty है जो trained trainers ने। Cambridge University तो University of Cambridge London तो मैं थे सिर्फ 2 और मेरे colleagues ने, we are the trained trainers for University of Cambridge। ਤੇ ਜਿਹੜਾ ਵੀ ਬ੍ਰਿਟਿਸ਼ ਕਾਉਂਸਲ ਦਾ ITP ਦਾ IELTS ਦਾ ਟੈਸਟ ਹੁੰਦਾ ਹੈ, ਸਾਨੂੰ ਪੂਰਾ ਉਹਦੀ ਟ੍ਰੇਨਿੰਗ ਦਿੱਤੀ ਗਈ ਹੈ, ਬਟ ਬੱਚੇ ਨਹੀਂ ਸਮਝਦੇ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ IELTS ਸੈਂਟਰ ਤੇ ਜਾ ਕੇ ਜਦੋਂ 18-20 ਹਜ਼ਾਰ ਰੁਪਇਆ ਦੇਣਗੇ ਤਦ ਉਹਨਾਂ ਦੀ IELTS ਦੇ ਬੈਂਡਸ ਵਧੀਆ ਆਣਗੇ, ਪਰ ਬੱਚਾ ਇਹ ਨਹੀਂ ਸਮਝਦਾ ਇੱਕ ਸਿੰਪਲ ਜਿਹਾ ਸਟਰਕਚਰ ਹੈ 4 ਸਕਿੱਲਸ ਦਾ। ਮਤਲਬ ਅਗਰ ਤੁਸੀਂ ਸੋਚੋ ਜਦੋਂ ਅਸੀਂ IELTS ਦਾ ਪੇਪਰ ਵੀ ਸੁਣਦੇ ਹਾਂ ਤਾਂ IELTS ਇਜ਼ ਲਾਈਕ LSRW, ਲਾਈਕ ਇਹਦਾ ਪੈਟਰਨ ਬਣਾਇਆ ਹੈ ਯੂਨੀਵਰਸਿਟੀ ਆਫ ਕੈਂਬਰਿਜ ਨੇ। L ਇਜ਼ ਲਿਸਨਿੰਗ, ਜਦੋਂ ਵੀ ਅਸੀਂ ਬੱਚੇ ਪੈਦਾ ਹੁੰਦੇ ਸੀ, ਇੱਕ ਛੋਟਾ ਬੱਚਾ ਹੁੰਦਾ ਹੈ, ਬੱਚਾ ਹਮੇਸ਼ਾ ਆਪਣੇ ਆਸ-ਪਾਸ ਦੇ এনवायरमेंट ਵਿੱਚੋਂ ਆਵਾਜ਼ਾਂ ਨੂੰ ਕੈਪਚਰ ਕਰਦਾ ਹੈ, ਅਸੀਂ ਲਿਸਨ ਕਰਦੇ ਹਾਂ, ਰਾਈਟ? ਤੇ ਅਗਰ ਇਹ ਬੱਚਾ ਜਿਹੜਾ IELTS ਨੂੰ ਐਸਪਾਇਰ ਕਰਨਾ ਚਾਹੁੰਦਾ ਹੈ, ਇੱਕ ਅੱਛੇ ਬੈਂਡਸ ਹਾਸਲ ਕਰਨਾ ਚਾਹੁੰਦਾ ਹੈ, ਅਗਰ ਆਪਣੀ ਰੂਟੀਨ ਵਿੱਚ ਕੁਝ, ਮੈਂ ਐਂਡ ਵਿੱਚ ਤੁਹਾਨੂੰ ਵੈਬਸਾਈਟਸ ਵੀ ਸ਼ੇਅਰ ਕਰਨਾ ਚਾਹਾਂਗੀ, ਅਗਰ ਬੱਚਾ ਕੁਝ ਉਸ ਵੈਬਸਾਈਟਸ ਤੋਂ ਰੋਜ਼ ਦੀ ਲਿਸਨਿੰਗ ਟਰੈਕਸ ਸੁਣੇ ਤਾਂ ਸਿਰਫ ਇੱਕ ਐਕਸੈਂਟਸ ਡਿਵੈਲਪ ਕਰਨ ਦੀ ਲੋੜ ਹੈ, ਕਿਉਂਕਿ ਸਾਡੇ ਪੰਜਾਬੀ ਬੱਚਿਆਂ ਵਿੱਚ ਉਹਨਾਂ ਨੂੰ ਅੰਗਰੇਜ਼ੀ ਜਦੋਂ ਲੱਗਦਾ ਨਾ ਬੜੀ ਫਲੂਐਂਟ ਬੋਲੀ ਜਾ ਰਹੀ, ਤੇਜ਼ ਬੋਲੀ ਜਾ ਰਹੀ, ਪਤਾ ਨਹੀਂ ਕੁਝ ਸਮਝ ਨਹੀਂ ਆਉਂਦੀ, ਕਿਉਂਕਿ ਰੋਜ਼ ਆਦਤ ਨਹੀਂ ਬੱਚਿਆਂ ਨੂੰ ਸੁਣਨ ਦੀ। ਬ੍ਰਿਟਿਸ਼ ਕਾਉਂਸਲ ਨੇ, ITP ਨੇ, ਯੂਨੀਵਰਸਿਟੀ ਆਫ ਕੈਂਬਰਿਜ ਨੇ, ਜਿਹੜੇ ਵੀ ਇੰਸਟੀਚਿਊਟਸ IELTS ਸੈਂਟਰਸ ਨੂੰ ਰਨ ਕਰਦੇ ਨੇ, ਉਹਨਾਂ ਨੇ ਇੱਕ ਪੈਟਰਨ ਰੱਖਿਆ ਕਿ ਪਹਿਲੇ ਸੁਣੋ, ਲਿਸਨਿੰਗ ਅੱਛੀ ਕਰੋ। ਤਾਂ ਮੈਂ ਇਹ ਸਾਰੇ ਬੱਚਿਆਂ ਨੂੰ ਜਿਹੜੇ IELTS ਦੇ ਬੈਂਡਸ ਅਚੀਵ ਕਰਨਾ ਚਾਹੁੰਦੇ ਪਰ ਨਹੀਂ ਕਰ ਪਾਉਂਦੇ, ਤਾਂ ਉਹਨਾਂ ਨੂੰ ਇੱਕ ਸਲਾਹ ਦੇਣਾ ਚਾਹਾਂਗੇ, ਆਪਣੀ ਲਿਸਨਿੰਗ ਹੈਬਿਟਸ ਨੂੰ ਇਨਕਰੀਜ਼ ਕਰੋ, ਰਾਈਟ? There are many apps available on Play Store, you download that in your Android phone, ਜਿੱਥੇ ਇੰਨਾ ਕੁਝ ਸਾਰਾ ਦਿਨ ਸੋਸ਼ਲ ਮੀਡੀਆ ਤੇ ਅਪਡੇਟ ਕਰਦੇ ਹੋ, ਤਾਂ ਕਿਉਂ ਨਾ ਉਹ ਵੀਡੀਓ ਸੁਣੋ ਜੋ ਤੁਹਾਨੂੰ ਹੈਲਪ ਕਰਨ। ਦੂਜਾ ਮਨਦੀਪ, ਲੋਕਾਂ ਨੂੰ ਬੱਚਿਆਂ ਵਿੱਚ ਬੇਸਿਕਲੀ ਰੀਡਿੰਗ ਦੀ ਆਦਤ ਨਹੀਂ ਹੈ, ਤਾਂ ਹੁਣ ਜਦੋਂ ਅਸੀਂ ਸੁਣ ਤਾਂ ਲਿੱਤਾ, ਲਿਸਨਿੰਗ ਸਕਿੱਲਸ ਤਾਂ ਕਰ ਲਿੱਤੀਆਂ, ਪ੍ਰੈਕਟਿਸ ਜਦ ਤੱਕ ਸਪੀਕਿੰਗ ਨਹੀਂ ਕੀਤੀ, ਉਹੀ ਹੈ ਨਾ LSRW, ਲਿਸਨ ਕਰਕੇ ਸਪੀਕ ਕਰਨ ਦੀ ਕੋਸ਼ਿਸ਼ ਕਰੋ। ਹੋਰ ਕੁਝ ਨਹੀਂ ਤਾਂ ਆਪਣਾ ਕੈਮਰਾ ਆਪੇ ਹੀ ਔਨ ਕਰ ਲਓ, ਆਪਣੀ ਵੀਡੀਓ ਬਣਾਓ, ਇੱਕ ਤਾਂ ਸੋਨੇ 'ਚ ਦੇਖੋ ਵੀ ਆਪਣੇ ਆਪ ਨੂੰ ਪਿਆਰ ਵੀ ਕਰੋ ਦੇਖ ਕੇ, ਤੇ ਦੂਜਾ ਆਪਣੀ ਸਪੀਕਿੰਗ ਦੀ ਪ੍ਰੈਕਟਿਸ ਆਪੇ ਕਰੋ। ਤਾਂ 3 ਮੰਤਰ ਹੈ, ਸਪੀਕ, ਸਪੀਕ ਐਂਡ ਸਪੀਕ। ਆਪਣੇ ਆਪ ਨੂੰ ਰਿਕਾਰਡ ਕਰਕੇ 2 ਮਿੰਟਸ ਦੀ ਵੀਡੀਓ ਸੁਣੋ, ਮੈਂ ਕਿੱਦਾਂ ਬੋਲ ਰਹੀ। ਨੈਕਸਟ ਇਜ਼ ਰੀਡਿੰਗ। ਹੁਣ ਬੱਚਿਆਂ ਨੇ ਕਿਤਾਬਾਂ ਦਾ ਤਾਂ ਢੇਰ ਮਾਪਿਓ ਨੇ ਲਾ ਕੇ ਦੇ ਦੇਣਾ ਹੈ। ਕੁਝ ਇਹ ਵੀ ਮੂਮੈਂਟ ਆਏ ਸੀਗੇ ਮਨਦੀਪ, ਤੁਸੀਂ ਮੇਰੇ ਨਾਲ ਐਗਰੀ ਕਰੋਗੇ, ਜਦੋਂ ਪਰਸਨੈਲਿਟੀ ਡਿਵੈਲਪਮੈਂਟਸ ਦੀ ਕਲਾਸਿਸ ਦਿੱਤੀਆਂ ਗਈਆਂ ਸੀ, ਹਰ ਘੰਟੇ ਲਈ ਪੇਰੈਂਟਸ 1000 ਰੁਪੀਜ਼ ਪੇ ਕਰਨੇ ਕੇ ਲਈ ਰੈਡੀ ਹੋ ਗਏ, ਪਰ ਹੁਣ ਇਹ ਚੀਜ਼ਾਂ ਦੀ ਵੀ ਪੇ ਕਰਨ ਦੀ ਲੋੜ ਨਹੀਂ, ਬਿਕਾਜ਼ ਤੁਹਾਨੂੰ ਇੰਟਰਨੈਟ ਹਰ ਚੀਜ਼ ਪ੍ਰੋਵਾਈਡ ਕਰ ਦਿੰਦਾ, ਬਹੁਤ ਅਵੇਲੇਬਲ ਹੈ ਪਹਿਲਾਂ ਹੀ। ਡਿਵੈਲਪ ਦ ਹੈਬਿਟ ਆਫ ਰੀਡਿੰਗ ਸਕਿੱਲਸ, ਡਾਊਨਲੋਡ ਕਰੋ ਈ-ਬੁੱਕਸ, ਉਹਨਾਂ ਨੂੰ ਪੜ੍ਹੋ, ਮੋਟੀਵੇਸ਼ਨ ਵੀ ਲਓ, ਸਿੱਖੋ ਵੀ। ਐਂਡ ਫਾਈਨਲੀ ਇਜ਼ ਰਾਈਟਿੰਗ। ਤੇ ਪੂਰਾ ਇੱਕ ਸਟਰਕਚਰ ਹੈ LSRW ਦਾ। ਤਾਂ ਮੈਂ ਨਹੀਂ ਚਾਹਾਂਗੀ ਕਿ ਇਹ ਸਾਰੇ ਜਿਹੜੇ ਨੌਜਵਾਨ ਨੇ, ਜਿਹੜੇ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ, ਉਹ ਕੈਨੇਡਾ ਕਹਿ ਕੇ ਕੈਨੇਡਾ ਤੇ ਪਹੁੰਚ ਜਾਂਦੇ ਨੇ, ਪਰ ਉਹਨਾਂ ਦੀ IELTS ਤੇ ਇੰਗਲਿਸ਼ ਲੈਂਗੁਏਜ ਤੇ ਤਦ ਵੀ ਕਮਾਂਡ ਨਹੀਂ ਹੁੰਦੀ। ਉੱਥੇ ਜਾ ਕੇ ਉਹੀ ਬੱਚੇ ਜਦੋਂ ਯੂਨੀਵਰਸਿਟੀਜ਼ ਵਿੱਚ ਐਡਮਿਸ਼ਨ ਲੈਂਦੇ ਨੇ 3-3 ਮਹੀਨੇ ਦੇ, ਫਿਰ ਤੋਂ ਇੰਗਲਿਸ਼ ਦੀ ਉਹਨਾਂ ਨੂੰ ਕਲਾਸਿਸ ਲਾਣੀਆਂ ਪੈਂਦੀਆਂ, ਕਿਉਂਕਿ ਹਰ ਚੀਜ਼ ਕਾਪੀ ਪੇਸਟ ਕਰਕੇ ਆਪਣੇ ਪ੍ਰੋਜੈਕਟ ਸਬਮਿਟ ਕਰਦੇ ਨੇ ਤਾਂ ਰਿਜੈਕਟ ਹੋ ਜਾਂਦੇ ਨੇ। ਤਾਂ ਕੁਝ ਵੈਬਸਾਈਟਸ ਨੇ, BBC ਲਰਨਿੰਗ ਇੰਗਲਿਸ਼, ਬੱਚੇ ਆਪਣੇ ਪਲੇ ਸਟੋਰ ਤੇ ਨੂੰ ਡਾਊਨਲੋਡ ਕਰਨ, ਦੈਨ ਲੀਜ਼ਾ ਟਾਕਸ ਹੈ, ਹੈਲੋ ਟਾਕਸ ਹੈ, ਖੁਦ ਰਿਕਾਰਡ ਕਰੋ, ਆਪਣੇ ਆਪ ਨੂੰ ਡਾਊਨਲੋਡ ਕਰੋ ਤੇ ਸੁਣੋ ਆਪਣੀ ਵੀਡੀਓਜ਼ ਨੂੰ। ਤੇ ਮੈਂ ਇਹ ਬਿਲਕੁਲ ਵੀ ਸੁਜੈਸਟ ਨਹੀਂ ਕਰਾਂਗੀ ਕਿ ਤੁਸੀਂ ਸਪੈਂਡ ਕਰੋ, ਰੈਦਰ ਆਪਣੇ ਆਪ ਤੋਂ ਰਿਸੋਰਸਸ ਜਿਹੜੇ ਫ੍ਰੀ ਅਵੇਲੇਬਲ ਹੈ ਉਹ ਤੋਂ ਆਪਣੀ ਪ੍ਰੈਕਟਿਸ ਕਰੋ। ਗ੍ਰੇਟ। ਸੋ ਇੱਕ ਮੇਰਾ ਹੋਰ ਕੁਐਸਚਨ ਸੀ ਕਿ ਬੜੇ ਸਾਰੇ ਲੋਕ ਨਾ ਜਿਹੜੇ IELTS ਕਲੀਅਰ ਕਰ ਲੈਂਦੇ ਨੇ, ਜਿਵੇਂ ਉਹ 6 ਬੈਂਡ ਲੈ ਲਏ, 7 ਲੈ ਲਏ ਉਹਨਾਂ ਨੇ, ਤੇ ਉਹ ਇੰਗਲਿਸ਼ ਟੀਚਰ ਬਣ ਜਾਂਦੇ ਨੇ। ਸੋ ਇਹ ਵੀ ਮੇਰਾ ਪਰਸਨਲ ਕੁਐਸਚਨ ਹੈਗਾ ਕਿ ਹਾਊ ਡੂ ਯੂ ਸੀ ਇਟ? ਸੋ ਮਨਦੀਪ, ਉਹੀ ਮੈਂ ਤੁਹਾਨੂੰ ਗੱਲ ਕੀਤੀ ਸੀਗੀ ਕਿ ਇਹ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਖੂਬਸੂਰਤ ਨੇ, ਅਸੀਂ ਦੇਖਣੇ 'ਚ ਠੀਕ ਠਾਕ ਲੱਗਦੇ ਨੇ, ਸੋਸਾਇਟੀ ਵਿੱਚ ਸਾਡੀ ਰੁਤਬਾ ਬਣ ਜਾਂਦਾ ਹੈ ਕਿ ਅਸੀਂ ਚੰਗੀ ਅੰਗਰੇਜ਼ੀ ਬੋਲ ਲੈਂਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਸਭ ਤੋਂ ਈਜ਼ੀ ਰਿਜ਼ੋਰਟ ਜਿਹੜਾ ਹੈਗਾ, ਈਵਨ ਤੁਸੀਂ MA ਇੰਗਲਿਸ਼ ਨਹੀਂ ਵੀ ਕੀਤੀ ਤਾਂ ਤੁਹਾਨੂੰ ਲੱਗਦਾ ਕਿ ਮੈਂ ਗ੍ਰੈਜੂਏਟ ਕਰਨ ਤੋਂ ਬਾਅਦ ਹੀ ਮੈਂ IELTS ਟ੍ਰੇਨਰ ਲੱਗ ਸਕਦੀ ਹਾਂ। ਮੈਂ ਬਿਲਕੁਲ ਸਲਾਹ ਨਹੀਂ ਦੇਵਾਂਗੀ ਕਿ ਕਦੀ ਵੀ ਕਹਿੰਦੇ ਨਾ, ਹਾਫ ਨੌਲੇਜ ਇਜ਼ ਆਲਵੇਜ਼ ਅ ਡੇਂਜਰਸ ਥਿੰਗ।
ਸੋ ਇਫ ਯੂ ਥਿੰਕ ਕਿ ਮੇਰੇ ਚ ਥੋੜੀ ਜੀ LSRW ਦੇ ਸਕਿੱਲਸ ਨੇ ਤੇ ਮੈਂ ਜਾ ਕੇ ਆਪ ਇੱਕ ਟ੍ਰੇਨਰ ਬਣ ਕੇ ਬੱਚਿਆਂ ਨੂੰ ਗਾਈਡ ਕਰਾਂ, ਬਿਲਕੁਲ ਗਲਤ ਹੈ। ਤੇ ਨਾ ਹੀ ਮੈਂ ਚਾਹਾਂ ਕਿ ਇਹ ਸਾਰੇ ਕੈਂਡੀਡੇਟਸ ਏਦਾਂ ਦੇ ਟ੍ਰੇਨਰਸ ਨੂੰ ਗੁੰਮਰਾਹ ਹੋਣ। ਮੈਂ ਫਿਰ ਉਹੀ ਦੁਬਾਰਾ ਸਟ੍ਰੈਸ ਕਰਨਾ ਚਾਹੂੰਗੀ ਮਨਦੀਪ ਕਿ ਹਰ ਇੱਕ ਰਿਸੋਰਸਸ ਜਿਹੜੇ ਕਿ ਸਾਡੇ IELTS ਤੋਂ ਰਿਲੇਟਡ ਨੇ ਬ੍ਰਿਟਿਸ਼ ਕਾਉਂਸਲ ਦੀ ਵੈਬਸਾਈਟ ਤੇ ਫ੍ਰੀ ਅਵੇਲੇਬਲ ਨੇ। ਤੁਸੀਂ ਚਾਹੋ ਰੋਜ਼ ਵੀਡੀਓਜ਼ ਡਾਊਨਲੋਡ ਕਰਕੇ ਆਪਣੇ ਆਪ ਨੂੰ ਆਪਣੀ ਤਿਆਰੀ ਕਰ ਸਕਦੇ ਹੋ। IELTS ਦੇ ਬੈਂਡਸ ਲੈਣਾ ਕੋਈ ਡਿਫਿਕਲਟ ਨਹੀਂ ਹੈ। ਦ ਓਨਲੀ ਥਿੰਗ ਇਜ਼ ਮਨ ਵਿੱਚ ਇੱਕ ਪੈਸ਼ਨ ਤੇ ਕਮਿਟਮੈਂਟ ਤੇ ਰੋਜ਼ ਦੀ ਡੈਡੀਕੇਸ਼ਨ ਚਾਹੀਦੀ ਹੈ ਇਹ ਚਾਰੋਂ ਸਕਿੱਲਸ ਨੂੰ ਪ੍ਰੈਕਟਿਸ ਕਰਨ ਦੀ। ਹਾਂ, ਤੁਹਾਡੀ ਗੱਲ ਤੋਂ ਮੈਨੂੰ ਪਤਾ ਕੀ ਲੱਗਦਾ ਹੈ ਕਿ ਵੈਨ ਵੀ ਆਰ ਟੇਕਿੰਗ ਐਡਮਿਸ਼ਨਸ ਇਨ IELTS ਸੈਂਟਰ ਮੇਬੀ ਅਸੀਂ ਸਿਰਫ ਆਪਣੇ ਆਪ ਨੂੰ ਆਰਗੇਨਾਈਜ਼ ਕਰਨ ਦੇ ਹੀ ਪੈਸੇ ਦੇ ਰਹੇ ਹਾਂ ਕਿ ਸਾਡਾ ਇੱਕ ਟਾਈਮ ਟੇਬਲ ਬਣ ਜਾਏਗਾ। ਇਵਨ ਇਨ ਸਕੂਲ ਕਾਲਜਿਸ ਵੀ ਮੈਂ ਇਹੀ ਕਹਾਂਗੀ ਬਿਕੋਜ਼ ਹੁਣ ਐਵਰੀਥਿੰਗ ਇਜ਼ ਸੋ ਓਪਨ, ਈ ਲਰਨਿੰਗ ਈਜ਼ੀਲੀ ਅਵੇਲੇਬਲ ਆ, ਬਟ ਸਟਿਲ ਵੀ ਆਰ ਜਸਟ ਪੇਇੰਗ ਟੂ ਆਰਗੇਨਾਈਜ਼ ਆਰ ਟਾਈਮ ਟੇਬਲ ਤੇ ਹਾਲਾਂਕਿ ਹਰ ਚੀਜ਼ ਜਿਹੜੀ ਆਨਲਾਈਨ ਅਵੇਲੇਬਲ ਹੈ। ਆਲਸੋ ਆਈ ਵਾਂਟ ਟੂ ਆਸਕ ਕਿ ਆਨਲਾਈਨ ਜਿਹੜੇ ਪਲੇ ਸਟੋਰਸ ਵਿੱਚ ਜਿੱਦਾਂ ਤੁਸੀਂ ਦੱਸਿਆ ਹੈ, ਦੁਬਾਰਾ ਸਾਨੂੰ ਦੱਸ ਦਿਓ ਕਿ ਕਿਹੜੀਆਂ ਐਪਸ ਅਵੇਲੇਬਲ ਨੇ ਕਿ ਜਿਹਦੇ ਤੋਂ ਅਸੀਂ ਇਨਸਟੈਂਟ ਲਰਨਿੰਗ ਸਟਾਰਟ ਕਰ ਸਕਦੇ ਹਾਂ। ਐਂਡ ਆਈ ਆਲਸੋ ਵਾਂਟ ਟੂ ਟੈਲ ਮਾਈ ਆਡੀਅנס ਨੂੰ ਵੀ ਦੱਸਣਾ ਚਾਹਨੀ ਹਾਂ ਕਿ ਸ਼ੀ ਇਜ਼ ਗਿਵਿੰਗ ਅਸ ਟਿਪਸ ਬੋਥ ਟੂ ਲਰਨ ਇੰਗਲਿਸ਼ ਐਂਡ ਪਲੱਸ ਹਾਊ ਟੂ ਸੇਵ ਮਨੀ ਬਿਕੋਜ਼ ਦੈਟ ਇਜ਼ ਆਲਸੋ ਐਨ ਇੰਪੋਰਟੈਂਟ ਥਿੰਗ। ਹਾਂ, ਇਵਨ ਇਫ ਯੂ ਵਾਂਟ ਤੁਸੀਂ IELTS ਸੈਂਟਰ ਜਾਓ ਜਾਂ ਤੁਸੀਂ ਕੋਈ ਵੀ ਇੰਗਲਿਸ਼ ਟ੍ਰੇਨਰ ਤੋਂ ਜ਼ਰੂਰ ਸਿੱਖੋ, ਬਟ ਉਹੀ ਜਿਹੜਾ ਆਪਾਂ ਮਨ ਵਿੱਚ ਧਾਰ ਲਿਆ ਕਿ ਸਾਨੂੰ ਇੱਕ ਬਹੁਤ ਲੰਬਾ ਚੌੜਾ ਕੋਰਸ ਕਰਨ ਦੀ ਜ਼ਰੂਰਤ ਆ ਜਾਂ ਰੈਗੂਲਰ ਕਲਾਸਿਸ ਦੀ ਜ਼ਰੂਰਤ ਹੈ, ਸੋ ਦੈਟ ਟਾਈਮ ਪੀਰੀਅਡ ਕੁਡ ਬੀ ਲੈਸ ਕਿਉਂਕਿ ਤੁਹਾਨੂੰ ਗਾਈਡ ਵੀ ਮਿਲ ਜਾਏਗਾ ਇਫ ਯੂ ਜੁਆਇਨ ਸਮ ਸੈਂਟਰ, ਬਟ ਤੁਹਾਡੀ ਖੁਦ ਦੀ ਲਰਨਿੰਗ ਜ਼ਿਆਦਾ ਇੰਪੋਰਟੈਂਟ ਹੈ। ਸੋ ਇੱਥੇ ਅਸੀਂ ਸਟ੍ਰੈਸ ਦੇ ਰਹੇ ਹਾਂ ਕਿ ਤੁਹਾਡੀ ਖੁਦ ਦੀ ਲਰਨਿੰਗ ਜ਼ਿਆਦਾ ਇੰਪੋਰਟੈਂਟ ਹੈ। ਸੋ ਮੈਮ ਵਿਲ ਸ਼ੇਅਰ ਕਿ ਕਿਹੜੀਆਂ ਐਪਸ ਅਵੇਲੇਬਲ ਨੇ ਜਾਂ ਕਿਹੜੇ ਰਿਸੋਰਸਿਸ ਅਵੇਲੇਬਲ ਨੇ। Mandeep, I would love to share with the target audience. There are ample apps available. Even if you type just IELTS in the Play Store, it will open up so many IELTS apps which are available. But the best ones which I would like to share with the audience is, one is you can go with Elsa Speak. If you want to see that me as a student, me as a candidate, Disha, अगर मैंने अपनी आवाज सुननी है तो बजाय में एक नॉर्मल अपना कैमरा ऑन करके अपनी वीडियो रिकॉर्ड करना, उसको बेटर है Elsa Speak, ELSA Elsa Speak करके ਐਪ ਹੈ, ਤੁਸੀਂ ਇਹਨੂੰ ਡਾਊਨਲੋਡ ਕਰੋ ਆਪਣੇ ਮੋਬਾਈਲ ਵਿੱਚ 2 ਮਿੰਟਸ ਆਪਣੀ ਆਡੀਓਜ਼ ਰਿਕਾਰਡ ਕਰਕੇ ਐਂਡ ਦੈਨ ਯੂ ਲਿਸਨ ਬੈਕ ਕਿ ਮੈਂ ਕਿੱਦਾਂ ਬੋਲ ਰਹੀ ਸੀ। ਤੇ ਜਿਹੜੇ ਵੀ ਤੁਹਾਡੀ ਗਲਿਚਸ ਨੇ, ਅਸੀਂ ਲੋਕ ਫੰਬਲ ਕਰਦੇ ਹਾਂ, ਬੋਲਦੇ ਘਬਰਾ ਜਾਂਦੇ ਆ, ਇੱਥੇ ਫਿਸ਼ ਬਣਦੀ ਹੈ, ਅਸੀਂ ਏਦਾਂ ਵੀ ਕਰਦੇ ਹਾਂ, ਇੰਨੇ ਘਬਰਾ ਜਾਂਦੇ ਆ, ਆਡੀਅנס ਨੂੰ ਦੇਖ ਕੇ ਲੱਗਦਾ ਕਿ ਪਤਾ ਨਹੀਂ ਸਾਡੇ ਸਾਹਮਣੇ ਕੌਣ ਬੈਠ ਗਿਆ, ਪਰ ਇਹ ਨਹੀਂ ਪਤਾ ਕਿ ਉਹ ਵੀ ਇਸ ਦੌਰ ਚੋਂ ਨਿਕਲ ਕੇ ਗਏ ਹੋਏ ਨੇ, ਸਿਰਫ ਪ੍ਰੈਕਟਿਸ ਦੀ ਗੱਲ ਹੈ। ਦੂਜਾ ਹੈਗਾ IELTS ਵੋਕੈਬਲਰੀ। ਅਸੀਂ ਰਾਈਟਿੰਗ ਸਕਿੱਲਸ ਇੱਕ ਬਹੁਤ ਇੰਪੋਰਟੈਂਟ ਪੇਪਰ ਹੈ ਜਿੱਥੇ ਪੰਜਾਬੀ ਸਟੂਡੈਂਟਸ ਅੜ ਜਾਂਦੇ ਨੇ ਉਹਨਾਂ ਨੂੰ, ਬਿਕਾਜ਼ ਰੀਡਿੰਗ ਦੀ ਹੈਬਿਟ ਨਹੀਂ ਹੈ ਤੇ ਰਾਈਟਿੰਗ ਕਰ ਨਹੀਂ ਪਾਉਂਦੇ। ਤੇ IELTS ਰਾਈਟਿੰਗ ਕਰਕੇ ਇੱਕ ਐਪ ਹੈ, ਉਹ ਤੁਹਾਨੂੰ ਸਾਰੇ IELTS ਦੇ ਰਾਈਟਿੰਗ ਟਿਪਸ ਵੀ ਦਿੰਦੇ ਨੇ, ਉਹਦੀ ਆਨਲਾਈਨ ਵੀਡੀਓਜ਼ ਵੀ ਹੈ ਪ੍ਰੋਵਾਈਡਡ, ਉਹਦੇ ਨਾਲ ਤੁਹਾਨੂੰ IELTS ਦੇ ਕੁਐਸਚਨਸ ਵੀ ਮਿਲਦੇ। ਤੇ ਜਿੱਦਾਂ ਸਟੂਡੈਂਟਸ ਹੁੰਦੇ ਨੇ ਜਿਹੜੇ ਅਕੈਡਮਿਕਲੀ ਜਾਣਾ ਚਾਹੁੰਦੇ ਨੇ, ਉਹਨਾਂ ਦੇ ਦੋ ਤਰ੍ਹਾਂ ਦੇ ਰਿਟਨ ਐਗਜ਼ਾਮ ਹੁੰਦੇ ਨੇ ਰਾਈਟਿੰਗ ਸਕਿੱਲਸ ਵਿੱਚ। ਵਨ ਤਾਂ ਉਹਨਾਂ ਦਾ ਹੁੰਦਾ ਹੈ ਕਿ ਉਹਨਾਂ ਨੂੰ ਕੋਈ ਚਾਰਟ ਜਾਂ ਬਾਇਓ ਡਾਇਗਰਾਮ ਮਿਲਦਾ ਜਿਹਨਾਂ ਨੂੰ ਉਹਨਾਂ ਨੂੰ ਦੇਖ ਕੇ ਐਨਾਲਾਈਜ਼ ਕਰਕੇ ਆਪਣਾ ਰਾਈਟ ਅਪ ਕਰਨਾ ਹੁੰਦਾ ਹੈ। ਸੈਕੰਡ ਇਜ਼ ਆਲ ਰਿਲੇਟਡ ਟੂ ਅ ਕਾਮਨ ਕੁਐਸਚਨ, ਚਾਹੇ ਤੁਸੀਂ ਜਨਰਲ ਕਰੋ ਚਾਹੇ ਤੁਸੀਂ ਅਕੈਡਮਿਕ ਕਰੋ, ਦੈਟ ਇਜ਼ ਅ ਰਾਈਟਿੰਗ ਟਾਸਕ, ਇਟਸ ਅ ਲੈਟਰ। ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਨਾਰਮਲ ਅਗਰ ਮੈਂ ਮਨਦੀਪ ਮੈਡਮ ਨੂੰ ਇੱਕ ਲੈਟਰ ਲਿਖਣਾ ਹੈ ਤਾਂ ਮੈਂ ਕਿੱਦਾਂ ਉਹਦਾ ਕੰਟੈਂਟ ਲਿਖਾਂਗੀ। ਔਰ ਅਸੀਂ ਇਹ ਸਾਰੇ ਬੱਚੇ ਮਤਲਬ ਆਪਣੇ ਛੋਟੇ ਹੁੰਦੇ ਤੋਂ ਸਕੂਲ ਟਾਈਮਸ ਤੋਂ ਸਾਨੂੰ ਲੈਟਰ ਲਿਖਣੀ ਵੀ ਨਹੀਂ ਆਉਂਦੀ, ਤੇ ਉਹਦੇ ਲਈ ਫਿਰ ਉਹੀ ਗੱਲ ਆਉਂਦੀ ਹੈ, ਅਸੀਂ ਉਹਦੇ ਲਈ ਇੰਨੀ ਅਮਾਊਂਟ ਪੇ ਕਰਦੇ ਹਾਂ ਜਾ ਕੇ ਇੱਕ ਸੈਂਟਰ ਤੇ ਸਾਨੂੰ ਇੱਕ ਲੈਟਰ ਲਿਖਣ ਲਈ ਅਸੀਂ ਸਿੱਖਣ ਲਈ ਚਾਹੁੰਦੇ ਨੇ। ਤੇ ਨੈਕਸਟ ਐਪ ਹੈਗਾ ਟਾਕ ਇੰਗਲਿਸ਼। ਇਹਦੇ ਵਿੱਚ ਮਨਦੀਪ ਬਹੁਤ ਅੱਛਾ ਐਪ ਹੈ, ਅਗਰ ਤੁਸੀਂ ਇੱਕ ਨੇਟਿਵ ਸਪੀਕਰ ਹੋ, ਇੰਗਲਿਸ਼ ਨੇਟਿਵ ਸਪੀਕਰ ਹੋ, ਤਾਂ ਤੁਹਾਡੇ ਨਾਲ ਕੋਈ ਫੋਰਨ ਦਾ ਤੁਹਾਡੇ ਨਾਲ ਕੋਈ ਟੀਚਰ ਜੁੜ ਜਾਂਦੇ ਨੇ, ਤੁਸੀਂ ਆਪਣੀ ਮਰਜ਼ੀ ਨਾਲ ਆਪਣਾ ਟ੍ਰੇਨਰ ਸਿਲੈਕਟ ਕਰ ਸਕਦੇ ਹੋ। ਤੁਹਾਡੀ ਅਵੇਲੇਬਿਲਿਟੀ ਮੇਰੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਇਟਸ ਵੈਰੀ ਈਜ਼ੀ। ਤੁਸੀਂ ਇੱਕ ਵਾਰੀ ਡਾਊਨਲੋਡ ਕਰਨਾ ਹੈ ਤਾਂ ਆਪਣਾ ਪਾਰਟਨਰ ਚੂਜ਼ ਕਰਨਾ, ਪਾਰਟਨਰ ਤੁਹਾਡਾ ਮੈਂਟਰ ਹੋ ਜਾਂਦਾ ਹੈ। ਤਾਂ ਮੇਬੀ ਮੇਰੇ ਨਾਲ ਮਨਦੀਪ ਮੈਡਮ ਜੁੜ ਸਕਦੇ ਨੇ ਤੇ ਮੈਂ ਐਜ਼ ਐਨ ਇੰਡੀਅਨ ਸਟੂਡੈਂਟ ਤੁਹਾਡਾ ਪਾਰਟਨਰ ਬਣ ਕੇ ਮੈਂ ਤੁਹਾਡੇ ਤੋਂ ਸਿੱਖ ਸਕਦੀ ਹਾਂ। ਤੇ ਐਪ ਦਾ ਨਾਮ ਹੈ ਟਾਕ ਇੰਗਲਿਸ਼। ਦੂਜਾ ਹੈ ਮਨਦੀਪ ਪੋਡਕਾਸਟ ਮਾਸਟਰ, ਜਿੱਦਾਂ ਸਾਡਾ ਟੈਕ ਟਾਕ ਐਪ ਹੈ। ਇਟਸ ਐਨ ਐਪ ਜੋ ਇਨੀਸ਼ੀਅਲੀ ਬੱਚੇ ਨਹੀਂ ਸਮਝ ਸਕਦੇ ਕਿਉਂਕਿ ਉਹ ਐਕਸੈਂਟ ਦਾ ਇਸ਼ੂਜ਼ ਰਹਿੰਦੇ ਨੇ, ਤੇ ਸਪੀਚਸ ਵੀ ਕੁਝ ਲੰਬੀ ਹੋ ਜਾਂਦੀਆਂ 15 to 18 ਮਿੰਟ ਦੀਆਂ। ਬੱਚਿਆਂ 'ਚ ਇੰਨੀ ਟੈਂਡੈਂਸੀ ਪੇਸ਼ੈਂਸ ਨਹੀਂ ਹੈ ਕਿ ਬੈਠ ਕੇ ਇੰਨੀ ਦੇਰ ਇੱਕ ਐਕਸੈਂਟ ਨੂੰ ਸੁਣਨ ਜਿਹੜਾ ਉਹਨਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ। ਮੈਂ ਕਹਿਣਾ ਚਾਹੂੰਗੀ ਪੋਡਕਾਸਟ ਪਲੇਅਰ ਤੇ ਟੈਕ ਟਾਕ ਹੈ ਜਿਹਦੇ ਨੀਚੇ ਟ੍ਰਾਂਸਕ੍ਰਿਪਟਸ ਵੀ ਆ ਜਾਂਦੀਆਂ ਨੇ। ਅਗਰ ਮੈਂ ਇੱਕ ਇਨੀਸ਼ੀਅਲ ਇੰਗਲਿਸ਼ ਸਪੀਕਿੰਗ ਸਿੱਖਣਾ ਚਾਹੁੰਦੀ ਹਾਂ ਤਾਂ ਮੇਰੀ ਕਮਾਂਡ ਨਹੀਂ ਹੈ ਤਾਂ ਮੈਂ ਟ੍ਰਾਂਸਕ੍ਰਿਪਟ ਪੜ੍ਹ ਕੇ ਉਸ ਲੈਂਗੁਏਜ ਨੂੰ ਸਮਝ ਸਕਦੀ ਹਾਂ। ਨੈਕਸਟ ਮੈਂ ਕਹਿਣਾ ਚਾਹੂੰਗੀ BBC ਲਰਨਿੰਗ ਇੰਗਲਿਸ਼, ਅਮੇਜ਼ਿੰਗ ਐਪ ਮਨਦੀਪ। ਇਹ ਐਪ BBC ਵੱਲੋਂ ਹੀ ਲਾਂਚਡ ਨੇ ਤੇ ਇਹ ਬ੍ਰਿਟਿਸ਼ ਕਾਉਂਸਲ ਵੀ ਇਸ ਐਪ ਨੂੰ ਬਹੁਤ ਅੱਛੇ ਤਰੀਕੇ ਨਾਲ ਸਪੋਰਟ ਕਰਦਾ ਹੈ। ਲਾਸਟ ਮੈਂ ਇੱਕ ਹੋਰ ਕਹੂੰਗੀ ਸੈਂਟੈਂਸ ਮਾਸਟਰ। ਇਹ ਐਪ ਤਾਂ ਮੈਂ ਰੋਜ਼ ਆਪ ਵੀ ਇਹਦੇ ਲੈਵਲਸ ਇਨਕਰੀਜ਼ ਕਰਦੀ
करनी है एवरी डे। कई हाँ। बार मैं भी स्टक हो जाऊंगी, बट आई प्ले इट एवरी डे। सेंटेंस मास्टर ਤੇ ਇੱਕ ਮਰੀਅਮ ਵੈਬਸਟਰ ਦਾ ਵੋਕੈਬਲਰੀ ਕੁਇਜ਼ ਹੈ, ਇਹ ਮੈਂ ਰੋਜ਼ ਬਿਨ ਨਾਗਾ ਹੁਣ ਵੀ ਅੱਜ ਵੀ ਆਪਣੇ ਲੈਕਚਰਸ ਲੈਣ ਤੋਂ ਪਹਿਲਾਂ I make sure I learn my 10 vocabulary words and then I throw and share the same with my students in the class. So I think to begin with, अगर बच्चे ਇਹ वाले apps भी शुरू ਕਰਨ ਤੇ ਮੈਨੂੰ ਲੱਗਦਾ ਹੈ ਬਹੁਤ ਅੱਛੀ ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਹੋ ਸਕਦੀ ਹੈ। ਰਾਈਟ, ਸੋ ਬੱਚਿਆਂ ਨੂੰ ਮੈਂ ਕਹਿੰਦੀ ਕਿ ਇਹ ਚੈਲੰਜ ਲੈਣਾ ਚਾਹੀਦਾ ਹੈ ਕਿ ਬਿਨਾਂ ਬਹੁਤ ਸਾਰੇ ਪੈਸੇ ਸਪੈਂਡ ਕੀਤੇ ਹੀ ਮੈਂ ਆਇਲਸ ਨੂੰ ਇੱਕ ਅਟੈਂਪਟ ਦੇਵਾਂਗਾ ਤੇ ਖੁਦ ਸੈਲਫ ਚੈਲੰਜ ਲਵਾਂਗਾ ਤੇ ਉਹਨੂੰ ਅੱਛੇ ਬੈਂਡਸ ਜਿਹੜੇ ਮੈਂ ਲਵਾਂਗਾ। ਚਲੋ ਬਹੁਤ ਸਾਰੇ ਕੁਐਸਚਨਸ ਅਸੀਂ ਕਰ ਲਏ ਕਿ ਆਇਲਸ ਨੂੰ ਆਰਗੇਨਾਈਜ਼ ਤੋਂ ਥੋੜਾ ਜਿਹਾ ਹਟ ਕੇ ਖੁਦ ਵੀ ਤਿਆਰੀ ਕਰੀਏ, ਬਟ ਸਟਿਲ ਇਫ ਸਮਬਡੀ ਵਾਂਟਸ ਟੂ ਚੂਜ਼ ਐਨ ਆਇਲਸ ਸੈਂਟਰ, ਸੋ ਹਾਊ ਸ਼ੁਡ ਦ ਸਟੂਡੈਂਟ ਸ਼ੁਡ ਗੋ ਅਬਾਊਟ ਇਟ? ਕਿਉਂਕਿ ਕਈ ਸਟੂਡੈਂਟਸ ਬਹੁਤ ਦੂਰ ਚਲ ਜਾਂਦੇ ਨੇ, ਆਇਲਸ ਕਰਨ ਹੀ ਚੰਡੀਗੜ੍ਹ ਚਲ ਜਾਂਦੇ ਨੇ, ਰਾਈਟ? ਕਈ ਸਟੂਡੈਂਟਸ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਆਇਲਸ ਸੈਂਟਰਸ ਵੀ ਬਹੁਤ ਜ਼ਿਆਦਾ ਨੇ। ਸੋ ਹਾਊ ਟੂ ਸਿਲੈਕਟ ਅ ਰਾਈਟ ਸੈਂਟਰ ਫॉर देम? ਇਹ ਕੁਐਸਚਨ ਇੰਨਾ ਇੰਪੋਰਟੈਂਟ ਹੈ, ਪਰ ਬੱਚੇ ਇਸ ਗੱਲ ਨੂੰ ਨਹੀਂ ਸਮਝਦੇ। ਜਗ੍ਹਾ ਜਗ੍ਹਾ ਤੁਸੀਂ ਫਗਵਾੜਾ ਲੈ ਲਓ, ਜਲੰਧਰ ਲੈ ਲਓ, ਕੋਈ ਵੀ ਪੰਜਾਬ ਦਾ ਰੀਜਨ ਜਿਹੜੀ ਦੁਆਬਾ ਬੈਲਟ ਨਾਲ ਅਟੈਚਡ ਹੈ, ਜਗ੍ਹਾ ਜਗ੍ਹਾ ਹਰ ਘਰ ਵਿੱਚ ਲੋਕਾਂ ਨੇ ਆਇਲਸ ਸੈਂਟਰ ਖੋਲੇ ਨੇ। ਪਰ ਮੈਂ ਇੱਕ ਗੱਲ ਸਭ ਨੂੰ ਸ਼ੇਅਰ ਕਰਨਾ ਚਾਹਾਂਗੀ, ਅੱਜ ਕੱਲ everyone cannot take IELTS coaching because you need to have yourself registered with the government to become an IELTS trainer. अगर मेरी capacity of English speaking good है तो मैं किसी एक अच्छे सेंटर ਨਾਲ अटैच तो हो सकती हूँ, but to find out which is a good center, मैं फिर पहले यही सलाह दवांगी कि पहले तुसी ऑनलाइन जरूर जाओ, ब्रिटिश काउंसिल दी वेबसाइट तो रिसोर्सेज डाउनलोड करो, रादर बाहरों रेंटल बुक्स लेके अपनी तैयारी आप करो। अगर नहीं भी हो सके तो आइल्स दे अपने ट्रेनर्स ਜਿਹੜੇ ਆਨਲਾਈਨ ਇਸ ਵੈਬਸਾਈਟਸ ਦੇ ਨਾਲ ਜੁੜੇ ਨੇ, ਉਹ ਤੁਹਾਡੇ ਕੁਐਸਚਨਸ ਵੀ 101 ਲੈ ਲੈਂਦੇ ਨੇ। ਤੇ ਮੈਂ ਇਹੀ ਕਹਿਣਾ ਚਾਹੂੰਗੀ, ਬਜਾਏ ਤੁਸੀਂ ਇੱਕਦਮ ਰਸ਼ ਕਰੋ ਕਿ ਮੈਂ ਕਿਸੇ ਆਇਲ ਸੈਂਟਰ ਨੂੰ ਜੁਆਇਨ ਕਰਾਂ, ਤੁਸੀਂ ਸਿਰਫ ਇਹ ਦੇਖੋ ਕਿ ਟ੍ਰੇਨਰ ਦੀ ਕੈਪੈਸਿਟੀ ਜਿੰਨੇ ਤੁਹਾਨੂੰ ਪੜਾਉਣਾ ਹੈ। ਅਗਰ ਤੁਸੀਂ ਇੱਕ ਆਇਲ ਸੈਂਟਰ ਰਨ ਕਰਦੇ ਹੋ, ਹਮੇਸ਼ਾ ਪੁੱਛੋ ਕਿ ਮੇਰੇ ਟ੍ਰੇਨਰ ਕੌਣ ਹੋਣਗੇ ਔਰ ਤੁਹਾਨੂੰ ਕੋਚਿੰਗ ਕਿੱਦਾਂ ਦੇਣਗੇ, ਕਿਆ ਤੁਹਾਡਾ ਉਹਨਾਂ ਨਾਲ 101 ਇੰਟਰੈਕਸ਼ਨ ਹੋਏਗਾ। ਬਿਕਾਜ਼ ਨਾਰਮਲੀ ਉਹਨਾਂ ਦੀ ਖੱਚਾ ਖੱਚ ਭਰੀਆਂ ਕਲਾਸਾਂ ਹੁੰਦੀਆਂ, 50-50 ਦੇ ਬੈਚ ਵਿੱਚ ਬਿਠਾ ਦਿੰਦੇ ਬੱਚਿਆਂ ਨੂੰ, ਇੱਕ ਵੱਡਾ ਰੂਮ ਵਿੱਚ ਬਿਠਾ ਦੇਣਗੇ ਤੁਹਾਨੂੰ, ਉਹਨਾਂ ਨੇ ਪਿੱਛੋਂ ਟਰੈਕ ਲਗਾ ਦੇਣਾ ਲਿਸਨਿੰਗ ਦਾ ਤੇ ਤੁਸੀਂ ਆਪਣੇ ਐਂਡ ਤੇ ਕਰੇ ਜਾਣਾ। ਇਹਦੇ ਬਾਅਦ ਉਹਨਾਂ ਨੇ ਤੁਹਾਨੂੰ ਆਨਸਰਸ ਜਿਹੜੇ 40 ਆਨਸਰਸ ਨੇ ਉਹ ਵੀ ਫਟਾਫਟ ਬੋਲ ਕੇ 1 ਦਾ ਹੈ ਆਨਸਰ, 2 ਦਾ ਹੈ ਤੇ 40 ਤੱਕ ਆਨਸਰ ਤੁਹਾਨੂੰ ਟਿਕ ਰੋਂਗ ਕਰਾ ਦੇਣ। ਤੁਹਾਨੂੰ ਬਿਲਕੁਲ ਨਹੀਂ ਦੱਸਣਗੇ ਤੁਸੀਂ ਕਿੱਥੇ ਗਲਤ ਗਏ। ਤੇ ਮੈਂ ਫਿਰ ਇਹ ਕਹਿਣਾ ਚਾਹੂੰਗੀ, ਬਜਾਏ ਫਿਰ ਆਇਲਸ ਸੈਂਟਰ ਨੂੰ ਚੂਜ਼ ਕਰਨ ਦੇ, ਆਨਲਾਈਨ ਦੇਖੋ ਕਿ ਸਾਰੀ ਵੈਬਸਾਈਟ ਤੇ ਹਰ ਚੀਜ਼ ਅਵੇਲੇਬਲ ਹੈ, ਆਪਣੇ ਆਨਸਰਸ ਆਪ ਵੀ ਚੈੱਕ ਕਰੋ। ਬਟ ਫਿਰ ਵੀ ਮਨਦੀਪ, ਅਗਰ ਅਸੀਂ ਸ਼ੇਅਰ ਕਰੀਏ ਕਿ ਕਿਹੜੇ ਸੈਂਟਰਸ ਹੋ ਸਕਦੇ ਨੇ, ਤੇ ਬੈਸਟ ਰਿਨਾਊਂਡ ਸੈਂਟਰਸ ਜਿਨ੍ਹਾਂ ਕੋਲ ਅੱਛੀ ਫੈਕਲਟੀ ਹੈ ਉਹ ਟੱਚਸਟੋਨ, ਬ੍ਰਿਟਿਸ਼ ਕਾਉਂਸਲ ਤੇ ਮਾਈਲਸਟੋਨਸ ਨੇ। ਬਾਕੀ ਛੋਟੇ ਛੋਟੇ ਤੋਂ ਹਰ ਜਗ੍ਹਾ ਤੇ ਤੁਹਾਨੂੰ ਮਿਲ ਜਾਣਗੇ। ਗ੍ਰੇਟ। ਦੈਨ ਨੈਕਸਟ ਮੇਰਾ ਕੁਐਸਚਨ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇੰਗਲਿਸ਼ ਆਉਂਦੀ ਹੁੰਦੀ ਹੈ, देयर ਰਾਈਟਿੰਗ ਸਕਿੱਲਸ ਆਰ ਗੁੱਡ, ਦੇ ਰੀਡ ਅ ਲੋਟ ਐਂਡ ਦੇ ਹੈਵ ਸਟੱਡੀਡ ਇਨ ਗੁੱਡ ਸਕੂਲਸ, ਬਟ ਪ੍ਰੋਬਲਮ ਹੈ ਕਿ ਦੇ ਡੋਂਟ ਹੈਵ ਦੈਟ ਕੌਨਫੀਡੈਂਸ, ਰਾਈਟ? ਉਹਨਾਂ 'ਚ ਹੈਜ਼ਿਟੇਸ਼ਨ ਬਹੁਤ ਜ਼ਿਆਦਾ ਹੈ। ਸੋ ਹਾਊ ਟੂ ਓਵਰਕਮ ਦੈਟ? ਮਨਦੀਪ, this is purely a mindset। ਹੋ ਸਕਦਾ ਕਿ ਤੁਸੀਂ ਇੱਕ ਅੱਛੇ ਇੰਗਲਿਸ਼ ਸਪੀਕਰ ਹੋ, ਮੈਂ ਵੀ ਹਾਂ। ਕਈ ਵਾਰੀ ਕਹਿ ਵੀ ਹੁੰਦਾ ਸਾਨੂੰ ਲਾਈਕ ਮਾਈਂਡਡ ਕੰਪਨੀ ਨਹੀਂ ਮਿਲਦੀ। ਮੈਂ ਆਪਣੇ ਆਪ ਵਿੱਚ ਬਹੁਤ ਅੱਛੀ, ਮੈਨੂੰ ਪੜ੍ਹਨ ਦੀ ਏਵਿਡ ਰੀਡਰ ਹਾਂ, ਆਈ ਰੀਡ ਲੋਟ ਆਫ ਬੁੱਕਸ, ਬਟ ਮੇਰੇ ਨਾਲ ਜਦ ਕੋਈ ਗੱਲਬਾਤ ਕਰਨ ਵਾਲਾ, ਮੇਰੇ ਕੋਲ ਸੇਮ ਸੇਲਿੰਗ ਇਨ ਦ ਸੇਮ ਬੋਟ ਕੋਈ ਬੰਦਾ ਹੀ ਨਹੀਂ ਲੱਭੂਗਾ, ਲਾਈਕ ਮਾਈਂਡਡ ਇੰਟਰਸਟ ਦੇ ਲੋਕ ਹੀ ਨਹੀਂ ਹੋਣਗੇ, ਤਾਂ ਮੇਰਾ ਹੈਜ਼ਿਟੇਸ਼ਨ ਇੱਕ ਹੈਜ਼ਿਟੇਸ਼ਨ ਬਣ ਕੇ ਰਹਿ ਜਾਏਗਾ। ਮੈਂ ਇਹੋ ਜਿਹੇ ਲੋਕਾਂ ਨੂੰ ਇੱਕ ਐਡਵਾਈਸ ਦੇਣਾ ਚਾਹਾਂਗੀ, ਅਗਰ ਤੁਹਾਨੂੰ ਲੱਗਦਾ ਤੁਹਾਡੇ ਵਿੱਚ ਇਹ ਕੈਪੈਸਿਟੀ ਹੈ, ਯੂ ਹੈਵ ਦਿਸ potential, then please unleash this potential in making your own videos। ਤੁਹਾਨੂੰ ਹੋਰ ਕੋਈ ਨਹੀਂ ਸੁਣ ਰਿਹਾ ਤਾਂ ਆਪਣੀ ਵੀਡੀਓ ਬਣਾ ਕੇ ਭਾਵੇਂ ਉਹਦੀ 10 ਲਾਈਕਸ ਆਣ, ਆਪਣੇ ਆਪ ਨੂੰ ਕੈਪਚਰ ਕਰੋ, ਆਪਣੇ ਆਪ ਨੂੰ ਸ਼ੇਅਰ ਕਰੋ ਟਾਰਗੇਟ ਆਡੀਅנס ਲਈ। ਬਟ ਮੇਕ ਸ਼ੋਰ ਆਪਣਾ ਕੰਪੀਟੀਸ਼ਨ ਆਪਣੇ ਨਾਲ ਰੱਖੋ। ਜਿਹੜਾ ਇੱਕ ਹੈਜ਼ਿਟੇਸ਼ਨ ਹੈ ਕਿ ਮੈਂ ਬੋਲਣਾ ਚਾਹੁੰਦੀ ਹਾਂ, ਮੈਂ ਬੋਲ ਸਕਦੀ ਹਾਂ, ਮੈਂ ਸਮਝ ਵੀ ਰਹੀ ਹਾਂ ਕਿ ਮਨਦੀਪ ਜੀ ਇੰਗਲਿਸ਼ ਵਿੱਚ ਕੀ ਕਹਿ ਰਹੇ ਨੇ, ਪਰ ਮੇਰੇ ਚ ਹਿੰਮਤ ਹੀ ਨਹੀਂ ਆ ਰਹੀ, ਮੈਂ ਜੁਟਾ ਹੀ ਨਹੀਂ ਪਾ ਰਹੀ ਕਿ ਮੈਂ ਬੋਲਾਂ ਕਿ ਨਾ ਬੋਲਾਂ। ਤਾਂ ਪਲੀਜ਼ ਆਪਣੇ ਆਪ ਨੂੰ, ਆਪਣੀ ਵਾਈਬ੍ਰੇਸ਼ਨਸ ਲੋ ਨਾ ਰੱਖੋ, ਆਪਣੀ ਵਾਈਬ੍ਰੇਸ਼ਨਸ ਨੂੰ ਹਾਈ ਰੱਖੋ, ਆਪਣਾ ਮਾਈਂਡਸੈਟ ਚੇਂਜ ਕਰੋ ਤੇ ਆਪਣੇ ਆਪ ਵਿੱਚ ਇੰਨਾ ਕੌਨਫੀਡੈਂਸ ਲੈ ਕੇ ਆਓ ਕਿ ਮੈਂ ਜੋ ਬੋਲਦਾ ਮੈਂ ਬੈਸਟ ਹਾਂ, ਮੈਂ ਬਿਲਕੁਲ ਗਲਤ ਨਹੀਂ ਬੋਲਿਆ। ਅਨਲੈਸ ਐਂਡ ਤੁਹਾਡੇ ਸਾਹਮਣੇ ਵਾਲਾ ਤੁਹਾਨੂੰ ਪਤਾ ਤੁਹਾਡੇ ਤੋਂ ਜ਼ਿਆਦਾ ਹੁਸ਼ਿਆਰ ਹੈ, ਜਾਂ ਤਾਂ ਮੈਨੂੰ ਪਤਾ ਮੇਰੇ ਸਾਹਮਣੇ ਮਨਦੀਪ ਜੀ ਬੈਠੇ ਨੇ ਤਾਂ ਮਨਦੀਪ ਜੀ ਮੇਰੀ ਗਲਤੀ ਫੜਨਗੇ, ਤਦ ਹੀ ਇਹ ਡਰ ਆਪਣੇ ਅੰਦਰ ਰੱਖੋ। ਨਹੀਂ ਤਾਂ ਬਿੰਦਾਸ ਬੋਲੋ, ਸਿਰਫ ਬੋਲਣਾ ਹੀ ਇੱਕ ਸਿੰਪਲ ਰਿਜ਼ੋਰਟ ਹੈ। ਬੋਲੋ ਤੇ ਬੋਲੋ। Walk, talk and speak in English. That is the only mantra. Very nice. And one question, this question was for those who already know English. They can read well, they can do anything with English, but ਉਹ ਬੋਲ ਨਹੀਂ ਪਾਉਂਦੇ। ਬਟ ਬਿਕਾਜ਼ ਮੇਰੇ ਪੇਜ ਤੇ ਬਹੁਤ ਸਾਰੀ ਐਸੀ ਆਡੀਅנס ਆ ਜਿਨ੍ਹਾਂ ਦੀ ਪੰਜਾਬੀ ਬਹੁਤ ਜ਼ਿਆਦਾ ਵਧੀਆ ਹੈ, ਅਸੀਂ ਉਹਨਾਂ ਨਾਲ ਕੰਪੀਟ ਨਹੀਂ ਕਰ ਸਕਦੇ,
ਬਟ ਸਟਿਲ ਕਿਤੇ ਨਾ ਕਿਤੇ ਉਹ ਇੰਗਲਿਸ਼ ਲਰਨ ਕਰਨਾ ਚਾਹੁੰਦੇ ਨੇ ਬਿਕੋਜ਼ ਇੰਗਲਿਸ਼ ਦਾ ਇਹ ਹੈ ਕਿ ਵੈਨ ਯੂ ਨੋ ਐਨੀ ਅਦਰ ਲੈਂਗੁਏਜ, ਮੈਂ ਇੰਗਲਿਸ਼ ਦੀ ਗੱਲ ਨਹੀਂ ਕਰਦੀ, ਹਿੰਦੀ, ਸੰਸਕ੍ਰਿਤ, ਉਰਦੂ, ਕੋਈ ਵੀ ਹੋਰ ਲੈਂਗੁਏਜ ਹੈ ਜੇ ਸਾਨੂੰ ਆਂਦੀ ਹੋਵੇ ਕਿਤੇ ਸਾਡੇ ਲਈ ਹੋਰ ਰਸਤੇ ਖੁੱਲ ਜਾਂਦੇ ਨੇ, ਅਸੀਂ ਹੋਰ ਨਵੀਆਂ ਬੁੱਕਸ ਪੜ੍ਹ ਸਕਦੇ ਹਾਂ, ਮਤਲਬ ਕਿ ਅਸੀਂ ਓਪਨ ਹੋ ਜਾਂਦੇ ਹਾਂ ਹੋਰ, ਕਿ ਸਾਡੀ ਨੌਲੇਜ ਜਿਹੜੀ ਹੈ ਹੋਰ ਇੰਕਰੀਜ਼ ਹੋ ਜਾਂਦੀ ਹੈ, ਨਵਾਂ ਜਿਹੜਾ ਉਹ ਸਾਹਿਤ ਪੜ੍ਹ ਸਕਦੇ ਹਾਂ। ਜਿਨ੍ਹਾਂ ਨੇ ਬਿਲਕੁਲ ਹਜੇ ਸ਼ੁਰੂ ਕਰਨਾ ਹੈ, ਆਪਣੇ ਆਪਣੇ ਘਰਾਂ 'ਚ ਬੈਠੇ ਹੋਏ ਨੇ, ਸੋ what are your tips for them? ਬਿਲਕੁਲ ਇੱਕ one level ਤੋਂ start ਕਰਕੇ how can they reach 200? ਮਨਦੀਪ, ਜਿੰਨੇ ਵੀ ਏਦਾਂ ਦੇ ਐਸਪੀਰੈਂਟਸ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ, ਐਂਡ ਆਈ ਐਮ ਸ਼ੋਰ एवरीवन ਵਿਲ ਐਗਰੀ ਕਿ ਇੰਗਲਿਸ਼ ਦੇ ਬਿਨਾਂ ਅੱਜ ਕੱਲ੍ਹ ਤੁਹਾਡਾ ਇੱਕ ਦਬਦਬਾ ਵੀ ਨਹੀਂ ਬਣਦਾ ਸੋਸਾਇਟੀ ਤੇ। ਅਗਰ ਤੁਸੀਂ ਆਪਣਾ ਇੱਕ ਬਹੁਤ ਇੰਡੈਲਿਬਲ ਇੰਪ੍ਰੈਸ਼ਨ, ਫॉरएवर ਲਾਈਫ ਇੰਪ੍ਰੈਸ਼ਨ ਪਾਣਾ ਹੈ, ਤੇ ਅਗਰ ਤੁਸੀਂ ਇੱਕ ਅੱਛੀ ਫਲੂਐਂਟ ਇੰਗਲਿਸ਼, ਜਿਹਨੂੰ ਲੋਕ ਫਰਾਟੇਦਾਰ ਇੰਗਲਿਸ਼ ਬੋਲਦੇ ਆ, ਅਗਰ ਤੁਸੀਂ ਏਦਾਂ ਬੋਲ ਲਵੋ, ਤਾਂ ਮੈਨੂੰ ਲੱਗਦਾ ਹੈ ਕੋਈ ਵੀ ਤੁਹਾਨੂੰ ਤੁਹਾਡੇ ਸਾਹਮਣੇ ਕੰਪੀਟ ਨਹੀਂ ਕਰ ਸਕਦਾ। 10 ਵਾਰੀ ਸੋਚਣਗੇ ਕਿ ਇਹੋ ਜਿਹੇ ਬੰਦੇ ਨਾਲ ਮੈਂ ਗੱਲ ਕਰਾਂ, ਕਿਤੇ ਇਹਨੇ ਕੋਈ ਏਦਾਂ ਦਾ ਜਵਾਬ ਦੇਤਾ ਜਿਹੜੇ ਮੇਰੇ ਦਿਮਾਗ ਵਿੱਚ ਨਹੀਂ ਆਊਗਾ, ਤੇ ਮੇਰੇ ਨਾਲ ਕੀ ਬਣੂਗਾ। ਤਾਂ ਆਲ ਦੋਜ਼ ਤੁਹਾਡੀ ਟਾਰਗੇਟ ਆਡੀਅנס ਜਿੰਨੇ ਵੀ ਤੁਹਾਡੇ ਨਾਲ ਜੁੜੇ ਹੋਏ ਨੇ, ਜੋ ਸੋਚਣਾ, ਜਿਨ੍ਹਾਂ ਦੀ ਇੱਛਾ ਹੈ ਕਿ ਉਹ ਏਦਾਂ ਦੀ ਇੰਗਲਿਸ਼ ਸਿੱਖਣ, ਤਾਂ ਉਹਨਾਂ ਲਈ ਬੈਸਟ ਐਪ ਇਹੀ ਹੈ ਕਿ ਪਹਿਲੇ ਤਾਂ ਆਪਣੀ ਰੀਡਿੰਗ ਤੇ ਜ਼ਰੂਰ ਆਪਣਾ ਕਮਾਂਡ ਦਿਓ। तो रीडिंग बुक्स ਲਈ मैं यही suggest करांगी कि go for general very basic English. We have books like Rhonda Byrne The Secret, no doubt थोड़ा हाई-फाई चले ਜਾਂਦੀ ਹੈ, ਤੁਹਾਨੂੰ ਯੂਨੀਵਰਸ ਨਾਲ ਕਨੈਕਟ ਕਰਦੀ ਹੈ, but then we have got many other writers ਜਿਨ੍ਹਾਂ ਨਾਲ ਤੁਸੀਂ easy reading ਕਰ ਸਕਦੇ ਹੋ। ਸਾਡੇ ਕੋਲ ਰੋਬਿਨ ਸ਼ਰਮਾ ਨੇ, ਰਾਈਟ, ਸਾਡੇ ਕੋਲ ਰਵਿੰਦਰਨਾਥ ਜੀ ਨੇ, ਜਿਨ੍ਹਾਂ ਦੀ ਰਵਿੰਦਰ ਸਿੰਘ I Too Had a Love Story ਬੜੀ ਉਹਨਾਂ ਦੀ ਪਪੂਲਰ ਨੋਵਲ ਹੋਈ ਹੈ। So try to go for Indian writers ਜਿਨ੍ਹਾਂ ਦੀ English language command ਬਹੁਤ ਸਿੰਪਲ ਹੈ, ਤਾਂ ਫਨ ਸੇਕ ਲਈ ਤੁਸੀਂ ਉਹ ਨੋਵਲਸ ਪੜ੍ਹਨਾ ਸ਼ੁਰੂ ਕਰ ਦਿਓ। ਤੇ ਪਹਿਲੀ ਗੱਲ ਤਾਂ ਆਪਣੀ ਰੀਡਿੰਗ ਤੇ ਡਿਵੈਲਪ ਕਰੋ। ਦੂਜਾ, ਆਪਣੇ ਕੁਝ ਏਦਾਂ ਦਾ ਗਰੁੱਪ ਫਾਰਮ ਕਰ ਲਓ, ਸਾਰੇ ਅੱਜ ਕੱਲ WhatsApp ਮੀਡੀਆ ਤੇ ਨੇ, ਤੇ ਏਦਾਂ ਦੇ ਗਿਨੇ ਚੁਣੇ ਆਪਣੀ ਕੁਝ ਕੰਪਨੀ ਬਣਾ ਲਓ ਕਿ ਹਾਂ ਮੇਰਾ ਗਰੁੱਪ ਬਣ ਗਿਆ ਇੰਗਲਿਸ਼ ਸਪੀਕਿੰਗ ਦਾ, ਕੁਝ ਮਨਦੀਪ ਨੇ, ਦੁਸ਼ਾ ਨੇ, ਅਸੀਂ ਹੋਰ 2-3 ਆਪਣੀ ਸਹੇਲੀਆਂ ਜਿਨ੍ਹਾਂ ਦਾ ਸਾਨੂੰ ਪਤਾ ਹੈ ਕਿ ਅੱਛਾ ਬੋਲ ਲੈਂਦੀਆਂ ਹੈ ਜਾਂ ਕੈਪੈਸਿਟੀ ਹੈ, ਸਿਰਫ ਸਿੱਖਣ ਦੀ ਲੋੜ ਹੈ, ਤਾਂ ਕਿਉਂ ਨਾ ਰੋਜ਼ ਇੱਕ ਛੋਟਾ ਛੋਟਾ ਉਹ 'ਚ ਆਪਣਾ ਟੈਕਸਟ ਪਾਤਾ, ਕੁਝ ਸ਼ੇਅਰ ਕਰਤਾ, ਆਪਣੀ ਵੀਡੀਓਜ਼ ਪਾਈਆਂ, ਤਾਂ ਕਿ ਸਾਨੂੰ ਪਤਾ ਹੈ ਕਿ ਅਸੀਂ ਇੱਕ ਦੂਜੇ ਨੂੰ ਇੰਸਪਾਇਰ ਕਰ ਰਹੇ ਹਾਂ ਹੋਰ ਅੱਛਾ ਕਰਨ ਲਈ। ਹੁਣ ਦੁਨੀਆ ਆਸ-ਪਾਸ ਨੈਗੇਟਿਵ ਲੋਕ ਤਾਂ ਬਹੁਤ ਮਿਲਣਗੇ ਮਨਦੀਪ ਜੀ, ਤੁਸੀਂ ਚੰਗਾ ਬੋਲੋਗੇ ਵੀ ਤੁਹਾਨੂੰ ਲੈਗ ਪੁਲਿੰਗ ਕਰਨਗੇ, ਉਹਨੂੰ ਲੱਗੇਗਾ ਬਹੁਤ ਸਟਾਈਲ ਮਾਰਦੀ ਹੈ, ਪਰ ਕੋਈ ਗੱਲ ਨਹੀਂ, ਉਹਨਾਂ ਨੇ ਫਿਰ ਉੱਥੇ ਦੇ ਉੱਥੇ ਹੀ ਰਹਿ ਜਾਣਾ ਹੈ। ਅਸੀਂ ਅਗਰ ਸੋਚਿਆ ਹੈ ਕਿ ਸਾਡੇ 'ਚ ਪੈਸ਼ਨ ਹੈ, ਅਸੀਂ ਵੱਧਣਾ ਹੈ, ਤਾਂ ਸਾਨੂੰ ਬਾਕੀਆਂ ਦੀ ਇੱਛਾ ਜਾਂ ਬਾਕੀਆਂ ਦੀ ਅੱਖਾਂ ਦੇਖਣ ਦੀ ਲੋੜ ਨਹੀਂ ਹੈ। ਤੀਸਰਾ, ਤੁਸੀਂ ਗਰੁੱਪ ਬਣਾ ਲਿਆ ਤਾਂ ਤੀਸਰੀ ਚੀਜ਼ ਤੁਸੀਂ ਕਰ ਸਕਦੇ ਹੋ ਕਿ ਕੋਸ਼ਿਸ਼ ਕਰੋ ਰੋਜ਼ ਜੋ ਵੀ ਫੀਲ ਕਰਦੇ ਹੋ, ਚੰਗਾ ਮਾੜਾ ਜਿੱਦਾਂ ਦਾ ਵੀ ਦਿਨ ਬੀਤਿਆ, ਉਹਨੂੰ ਇੱਕ ਜਰਨਲ ਐਂਟਰੀ ਕਰਨਾ ਸ਼ੁਰੂ ਕਰ ਦਿਓ। ਕੋਸ਼ਿਸ਼ ਕਰੋ ਰੋਜ਼ ਲਿਖੋ। ਮਨਦੀਪ, ਇੱਥੇ ਮੈਂ ਕੁਝ ਸ਼ੇਅਰ ਕਰਨਾ ਚਾਹਾਂਗੀ, ਮੇਰੀ ਇੱਕ ਛੋਟੀ ਜਿਹੀ ਕਿਤਾਬ ਹੈ, ਇਹ ਸਾਰੀ ਕਵਿਤਾ ਹੈਗੀਆਂ, ਸਾਰੀ ਇੰਗਲਿਸ਼ ਵਿੱਚ ਹੈਗੀਆਂ, ਤੇ ਮੈਂ ਇਹਨੂੰ 8th ਸਟੈਂਡਰਡ ਤੋਂ ਲਿਖਣਾ ਸ਼ੁਰੂ ਕੀਤਾ ਸੀ। ਮਨਦੀਪ, ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਨੂੰ ਆਪਣੀ ਬੁੱਕ ਫਾਰਮ ਵਿੱਚ ਪਬਲਿਸ਼ ਕਰਾਉਂਗੀ, ਪਰ ਜਦੋਂ ਮੈਂ ਇਹਨੂੰ ਲਿਖਣਾ ਸ਼ੁਰੂ ਕੀਤਾ, ਮੈਂ ਅੱਜ ਰਿਅਲਾਈਜ਼ ਕਰਦੀ ਹਾਂ ਜਦੋਂ ਇਹਨੂੰ ਮੈਂ ਛਪਵਾਇਆ ਕਿ ਮੇਰੀ ਕਿੰਨੀ ਮਿਸਟੇਕਸ ਮੈਂ ਕਰਦੀ ਰਹੀ ਜਦੋਂ ਮੈਂ ਲਿਖ ਰਹੀ ਸੀ। 8ਵੀਂ ਤੋਂ ਮੈਨੂੰ ਲੱਗਾ ਕਿ ਨਹੀਂ, ਮੈਂ ਮੇਰੇ ਪੇਰੈਂਟਸ ਬਿਜ਼ੀ ਨੇ, ਵਰਕਿੰਗ ਕਲਾਸ ਨੇ, ਉਹਨਾਂ ਕੋਲ ਟਾਈਮ ਨਹੀਂ ਹੈ, ਮੈਂ ਕਿੰਨਾ ਗੱਲਾਂ ਕਰਾਂ, ਤਾਂ ਮੈਂ ਉਸ ਦਿਨ ਤੋਂ ਆਪਣੀ ਜਰਨਲ ਐਂਟਰੀ ਕਰਨੀ ਸ਼ੁਰੂ ਕਰ ਦਿੱਤੀ। ਨੋ ਡਾਊਟ ਮੇਰੀ ਕੁਝ ਕਿਤਾਬਾਂ ਏਦਾਂ ਦੀ ਵੀ ਜਿਨ੍ਹਾਂ ਦੀ ਕੋਈ ਰਾਈਮ ਨਹੀਂ ਹੈ। ਅਸੀਂ ਹਮੇਸ਼ਾ ਹੀ ਸੁਣਿਆ ਨਾ, ਹਮਟੀ ਡਮਟੀ ਸੈਟ ਔਨ ਅ ਵਾਲ ਹੈਡ ਅ ਗ੍ਰੇਟ ਫਾਲ, ਅਸੀਂ ਇਹ ਸੋਚਦੇ ਵਾਲ ਫਾਲ ਤੇ ਰਾਈਮਿੰਗ ਹੀ ਵਰਡਸ ਜਿਹੜੇ ਹੈ ਪੋਇਮਸ ਬਣਾਉਂਦੇ, ਏਦਾਂ ਕੁਝ ਨਹੀਂ ਹੈ। ਤੇ ਮੇਰੀ ਨੈਕਸਟ ਸਲਾਹ ਜਿੰਨੇ ਵੀ ਹੋਮ ਮੇਕਰਸ ਘਰ ਬੈਠੀਆਂ ਹੈ, ਜੋ ਚਾਹੁੰਦੀਆਂ ਕਿ ਅਸੀਂ ਅੱਛਾ ਬੋਲੀਏ, ਤੇ ਦੂਜੀ ਆਪਣੀ ਇਹ ਗੱਲ ਬੰਨ ਲਓ ਕਿ ਜੋ ਵੀ ਫੀਲ ਕਰਦੇ ਹੋ, ਚੰਗਾ ਮਾੜਾ ਨਹੀਂ ਪਤੀ ਨਾਲ ਸ਼ੇਅਰ ਕਰ ਸਕਦੇ, ਨਹੀਂ ਮਾਂ ਪਿਓ ਬਿਜ਼ੀ ਅਵੇਲੇਬਲ ਨੇ ਤੁਹਾਡੇ ਕੋਲ, ਤਾਂ ਲਿਖਣਾ ਸ਼ੁਰੂ ਕਰ ਦਿਓ। ਆਪਣੀ ਡਾਇਰੀ ਬਣਾਓ, ਰੋਜ਼ ਲਿਖੋਗੇ, ਆਪਣੇ ਆਪ ਤੁਹਾਡੀ ਰਾਈਟਿੰਗ ਸਕਿੱਲਸ ਵਧੀਆ ਹੋ ਜਾਣਗੇ। ਚੌਥਾ, ਆਪਣੇ ਆਪ ਨਾਲ ਗੱਲਾਂ ਕਰੋ, ਇਹਨੂੰ ਅਸੀਂ ਕਹਿੰਦੇ ਹਾਂ ਸੋਲੀਲੋਕਾਈ। ਮਨਦੀਪ ਜੀ, ਸੋਲੀਲੋਕਾਈ ਇਜ਼ ਲਾਈਕ ਟਾਕਿੰਗ ਟੂ ਯਰ ਓਨ ਸੈਲਫ। ਇਕੱਲੇ ਬੈਠੇ ਆਪਣੇ ਆਪ ਹੀ ਗੱਲਾਂ ਕਰੋ, ਦਿਸ਼ਾ ਯੂ ਹੈਡ ਐਨ ਅਮੇਜ਼ਿੰਗ ਡੇ, whatever you said today to Mandeep was all worthwhile. ਆਪਣੇ ਆਪ ਹੀ ਗੱਲਾਂ ਕਰੋ, ਆਪੇ ਹੀ ਜਵਾਬ ਦਿਓ, ਆਪੇ ਹੀ ਖੁਸ਼ ਹੁੰਦੇ ਰਹੋ। ਤੇ ਉਹੀ ਸਾਡੇ 4 ਸਕਿੱਲਸ ਨੇ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਇਹਨਾਂ ਨੂੰ ਡਿਵੈਲਪ ਕਰ ਲਓ, ਕਿੱਥੇ ਬਾਹਰ ਜਾਣ ਦੀ ਲੋੜ ਨਹੀਂ। ਯੂ ਕੈਨ ਬੀ ਵਨ ਗੁੱਡ ਮਾਸਟਰ ਆਫ ਇੰਗਲਿਸ਼ ਸਪੀਕਿੰਗ ਫਲੂਐਂਟ। So मैं अपनी ऑडियंस ਦੱਸਣਾ ਚਾਹਨੀ ਕਿ ਦਿਸ਼ਾ was there on Doordarshan also, I think. Yes, Disha? Yes. So ਇਹ ਨਹੀਂ ਕਿ ਦਿਸ਼ਾ is a English doctor. She knows Hindi, Punjabi, all the languages very well. So ਇਸੇ ਲਈ ਸਾਰੀਆਂ language mix ਕਰਕੇ ਅਸੀਂ ਅੱਜ ਦੀ interview ਕਰ ਰਹੇ ਹਾਂ। So okay, I have my last question now. So is there any age to learn the language? ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਜਦੋਂ 30s 40s 50s 60s ਪਹੁੰਚ ਜਾਂਦੇ, ਉਹਦੇ ਬੱਚੇ ਹੋ ਜਾਂਦੇ, ਤੇ ਉਹ ਸੋਚਦੇ ਕਿ ਅਸੀਂ ਨਹੀਂ ਇੰਗਲਿਸ਼ ਸਿੱਖ ਪਾਏ ਤੇ ਤੁਸੀਂ ਸਿੱਖ ਲਓ, ਰਾਈਟ? ਸੋ what is your say?
Mandeep, there is never any age bar to learning, you know. There is no dearth of learning anything. It's not only about the language right now, it's about learning anything. अगर जो भी लोग ਮੈਨੂੰ ਜਾਣਦੇ ਨੇ ਜਾਂ ਮਨਦੀਪ ਤੁਸੀਂ ਮੈਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ ਮੈਂ ਅੱਜ ਤੱਕ ਆਪਣੇ 40s ਵਿੱਚ ਵੀ ਆ ਕੇ I register myself with online courses. I make sure ਇਗਨੋ ਇੱਕ ਇੰਨੀ ਅੱਛੀ ਵੈਬਸਾਈਟ ਹੈ ਜਿੰਨੀਆਂ ਵੀ ਘਰ ਬੈਠੀ ਲੇਡੀਜ਼ ਨੇ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਮੈਂ ਤਾਂ ਆਪਣੀ 30s ਵਿੱਚ ਆ ਗਈ ਹਾਂ 40s ਵਿੱਚ ਆ ਗਏ ਹਾਂ ਇਹ ਸਿਰਫ ਚੁੰਨੂ ਮੁੰਨੂ ਪਾਲਣਾ ਹੀ ਮੇਰਾ ਇੱਕ ਕੰਮ ਰਹਿ ਗਿਆ ਜਾਂ ਘਰ ਦੀ ਕੜਛੀਆਂ ਮਾਰ ਲਓ ਇਹ ਮੇਰਾ ਕੰਮ ਹੈ ਏਦਾਂ ਬਿਲਕੁਲ ਨਹੀਂ ਹੈ ਇਗਨੋ ਤੁਹਾਨੂੰ ਇੰਨਾ ਅੱਛਾ ਪ੍ਰੋਵਾਈਡ ਕਰਦਾ ਹੈ ਉੱਥੋਂ ਲਰਨਿੰਗ ਟਿਪਸ ਮਿਲਦੇ ਨੇ ਤੁਸੀਂ ਆਪਣੇ ਆਪ ਨੂੰ ਕੋਰਸਿਸ ਨਾਲ ਰਜਿਸਟਰ ਕਰਾਓ ਐਂਡ ਲੌਂਗ ਟਾਈਮ ਤੁਹਾਨੂੰ 1 ਸਾਲ ਦੀ ਵਿੰਡੋ ਮਿਲਦੀ 1 ਸਾਲ ਵਿੱਚ ਨਹੀਂ ਕਰ ਸਕਦੇ 2 ਸਾਲ ਵਿੱਚ ਕਰ ਲਓ ਆਪਣੇ ਕੰਫਰਟ ਜ਼ੋਨ ਨਾਲ ਸੋ ਟਰਾਈ ਟੂ ਰਜਿਸਟਰ ਯੋਰਸੈਲਫ ਤਾਂ ਮੈਂ ਇਹ ਕਹੂੰਗੀ ਕਿ ਲਰਨਿੰਗ ਸਿਰਫ ਇੱਕ ਅੰਦਰੋਂ ਇੱਕ ਇੱਛਾ ਹੈ ਅਗਰ ਮੈਂ ਪੈਸ਼ਨੇਟ ਹੈ ਮਨਦੀਪ ਜੀ ਪੈਸ਼ਨੇਟ ਨੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਕੁਝ ਵੀ ਲਰਨਿੰਗ ਤੋਂ ਰੋਕਣ ਲਈ ਮੈਂ ਅੱਜ ਤੱਕ ਮਨਦੀਪ ਰਾਤ ਨੂੰ ਜਦ ਸਾਰੇ ਸੋ ਜਾਂਦੇ ਨੇ ਘਰ ਦੇ ਮੇਰੇ ਕਮਰੇ ਦੀ ਬੱਤੀ ਔਨ ਰਹਿੰਦੀ ਹੈ ਚਾਹੇ ਮੈਂ ਸਾਈਡ ਦਾ ਲਾਈਟ ਲੈਂਪ ਔਨ ਕਰਕੇ ਹੀ ਨਾ ਕਿਉਂ ਨਾ ਪੜਾ ਅੱਜ ਕੱਲ ਤਾਂ ਹਰ ਚੀਜ਼ ਮੋਬਾਈਲ ਤੇ ਲੱਗ ਜਾਂਦੀ ਤੇ ਮੇਰੇ ਮੋਬਾਈਲ ਵਿੱਚ ਘੱਟ ਆਫ ਸੋਸ਼ਲ ਮੀਡੀਆ ਪਰ ਮੋਰ ਆਫ ਬੁੱਕਸ ਨੇ ਏਦਾਂ ਦੇ ਐਪਸ ਨੇ ਜੋ ਮੇਰੀ ਆਪਣੀ ਪਰਸਨੈਲਿਟੀ ਨੂੰ ਗਰੂਮ ਔਰ ਐਨਹਾਂਸ ਕਰਦੇ ਨੇ ਤੇ ਮੈਨੂੰ ਨਹੀਂ ਲੱਗਦਾ ਇਹਦੇ ਲਈ ਤੁਹਾਨੂੰ ਕੋਈ ਮੋਟੀਵੇਸ਼ਨ ਦੀ ਗੋਲੀ ਖਾਣੀ ਹੈ ਕਿ ਮੈਂ ਹੁਣ ਇਹ ਕੁਝ ਕਰਨਾ ਹੈ ਇਹ ਅੰਦਰੋਂ ਹੀ ਆਉਂਦਾ ਹੈ I know Mandeep even you get up early in the morning and you are so passionate about your life about your career about helping others so the same is with this whether you learn any language or whether you want to learn anything in life it's all about you need to have this will within yourself and I guess only those can achieve who have the will to rise and shine. Nice, nice. So my last question is already over, but I still have a question. So it's like you are a great mother. You have a son. So what are your tips for the mothers जो चाहती है कि उनके जो बच्चे हैं उनकी English अच्छी हो? So you must have worked hard कि what skills you have वही आपके बेटे में भी होगी वो भी बहुत अच्छी English बोले. So what is your message for the mothers? ओके नॉर्मली मनदीप हम सबको लगता है अगर मैं डॉक्टर हूँ तो मेरा बच्चा भी डॉक्टर बने अगर मैं लॉयर हूँ तो मेरा बच्चा भी लॉयर बने बट कई बार ना वो कहते हैं ना घर की मुर्गी दाल बराबर पर मेरे केस में टच वुड आई एम ब्लेस्ड विद वाहिगुरु जी ऐदा ਤਾਂ ਨਹੀਂ ਹੋਇਆ ਕਿਉਂਕਿ ਮੇਰਾ ਬੇਟਾ ਮੈਨੂੰ ਦੇਖਦਾ ਰਹਿੰਦਾ ਕਿ ਮੰਮਾ ਮਤਲਬ ਉਹਦੀ ਏਜ ਪੜਨ ਦੀ ਹੈ ਤੇ ਮੈਂ ਇਸ ਏਜ ਵਿੱਚ ਵੀ ਮੇਰੀ ਕਿਤਾਬਾਂ ਦਾ ਢੇਰ ਮੇਰੇ ਆਸ-ਪਾਸ ਰਹਿੰਦਾ ਹੈ ਮੈਨੂੰ ਲਿਖਣ ਦਾ ਸ਼ੌਂਕ ਹੈ ਤਾਂ ਮੈਂ ਜਦੋਂ ਵੀ ਕੁਝ ਲਿਖਦੀ ਆ ਈਵਨ ਮੇਰੀ ਇਹ ਜਿਹੜੀ ਤੁਹਾਨੂੰ ਬੁੱਕ ਸ਼ੇਅਰ ਕੀਤੀ ਇਹਦਾ ਵੀ ਮੇਰਾ ਪਰਪਸ ਆਪਣੇ ਬੇਟੇ ਲਈ ਸੀਗਾ ਕਿ ਮੇਰੇ ਬੇਟੇ ਨੂੰ ਮੇਰੀ ਲਾਈਫ ਦੀ ਜਰਨੀ ਪਤਾ ਹੋਣੀ ਚਾਹੀਦੀ ਹੈ ਤਾਂ ਕਈ ਵਾਰ ਉਹ ਪੜਦਾ ਉਹਨੂੰ ਵਰਡਸ ਨਹੀਂ ਵੀ ਸਮਝ ਆਉਂਦੇ ਤੇ ਅਸੀਂ ਕੀ ਕਰਦੇ ਹਾਂ ਅਸੀਂ ਮਾਂ ਬੇਟਾ ਨੇ ਆਪਣਾ ਇੱਕ ਗਰੁੱਪ ਬਣਾਇਆ ਹੋਇਆ ਹੈ ਅਸੀਂ ਸਿਰਫ ਅਸੀਂ ਦੋਨੋਂ ਹੀ ਤੇ ਅਸੀਂ ਕਦੀ-ਕਦੀ ਵਿੱਚ ਆਪਣੀ ਮਮਾ ਨੂੰ ਐਡ ਕਰ ਲੈਂਦੇ ਨੇ ਤੇ ਅਸੀਂ what we make sure is whatever new thing I learn ਅਗਰ ਮੈਨੂੰ ਕੋਈ ਮੈਸੇਜ ਵੀ ਕਨਵੇ ਕਰਨਾ ਹੈ ਤਾਂ we don't chat in the normal small SMS language we write it in full so that this is how we learn from each other ਤਾਂ ਮੈਨੂੰ ਇਹ ਲੱਗਦਾ ਕਿ ਜਿੰਨੀ ਵੀ ਮਦਰਸ ਹੈ ਕਿਉਂਕਿ ਹਰ ਕੋਈ ਮਾਂ-ਬਾਪ ਇਹ ਚਾਹੁੰਦੇ ਨੇ ਸਾਡਾ ਬੱਚਾ ਹਮੇਸ਼ਾ ਵਧੀਆ ਸਾਡੇ ਨਾਲੋਂ ਉੱਚਾ ਰਾਈਜ਼ ਕਰੇ ਤਾਂ ਉਹਦੇ ਲਈ ਸਿਰਫ ਇੱਕ ਇਹੀ ਚੀਜ਼ ਫਾਈਨਲ ਟਿਪ ਮੇਰਾ ਇਹੀ ਹੈ ਕਿਉਂਕਿ ਮੇਰਾ ਬੇਟਾ ਵੀ 18 ਸਾਲ ਦਾ ਹੈ ਤੇ ਹੁਣ ਉਹਦੀ ਏਜ ਇਹੋ ਜਿਹੀ ਐਡੋਲੈਸੈਂਟ ਪੀਰੀਅਡ ਵਿੱਚ ਹੈ ਕਿ ਤੁਸੀਂ ਹਮੇਸ਼ਾ ਉਹਦੇ ਸਿਰ ਤੇ ਡੰਡਾ ਲੈ ਕੇ ਨਹੀਂ ਘੁੰਮ ਸਕਦੇ ਉਹਨੂੰ ਵੀ ਆਪਣਾ ਸਪੇਸ ਆਪਣਾ ਫਰੀडम ਚਾਹੀਦਾ ਹੈ ਬੱਚਾ ਤੇ ਕੰਟਰੋਲ ਜ਼ਰੂਰ ਰੱਖੋ ਪਰ ਇਹ ਜ਼ਰੂਰ ਧਿਆਨ ਰੱਖੋ ਕਿ ਜੋ ਤੁਹਾਡੇ ਅੰਦਰ ਦੇ ਹੁਨਰ ਨੇ ਤੁਹਾਡਾ ਬੱਚਾ ਵੀ ਤੁਹਾਡੇ ਚ ਕੈਪਚਰ ਕਰੇ ਤੁਹਾਨੂੰ ਕਿੱਥੇ ਨਾ ਕਿੱਥੇ ਉਹ ਜੀ ਡੋਜ਼ ਦਿੰਦੇ ਰਹੋ ਪਿਆਰ ਵਾਲੀ ਮਿੱਠੀ ਭਰੀ ਤੁਸੀਂ ਹੁਣ ਥੱਪੜ ਮਾਰਨ ਵਾਲੇ ਜ਼ਮਾਨੇ ਗਏ ਡੰਡਾ ਨਹੀਂ ਚੁੱਕ ਸਕਦੇ ਤਾਂ ਪਿਆਰ ਨਾਲ ਹੀ ਤੁਸੀਂ ਸਮਝਾ ਸਕਦੇ ਹੋ ਤਾਂ ਮੇਰਾ ਇੱਕ ਫਾਈਨਲ ਟਿਪ ਇਹ ਹੈ ਸਾਰੀ ਮਦਰਸ ਲਈ ਕਿ ਆਪਣੇ ਬੱਚਿਆਂ ਨਾਲ ਇੱਕ ਫਰੈਂਡ ਜ਼ੋਨ ਦੇ ਵਿੱਚ ਰਹੋ ਜਿੰਨੀ ਜ਼ਿਆਦਾ ਗੱਲਬਾਤ ਆਪਣੀ ਪੂਰੀ ਰੂਟੀਨ ਸ਼ੇਅਰ ਕਰੋ ਗੱਲਾਂ ਵਿੱਚ ਹੀ ਕਹਾਣੀਆਂ ਦੇ ਰਾਹੀਂ ਆਪਣਾ ਮੈਸੇਜ ਉਹਨਾਂ ਤੱਕ ਪਹੁੰਚਾ ਦਿਓ ਕਿਉਂਕਿ ਤੁਸੀਂ ਉਹਨਾਂ ਦੇ ਸਿਰ ਤੇ ਚੜ ਕੇ ਨਹੀਂ ਹੁਣ ਬਹਿ ਸਕਦੇ ਤੁਸੀਂ ਸਿਰਫ ਇੱਕ ਦੋਸਤ ਬਣ ਕੇ ਉਹਨਾਂ ਨਾਲ ਆਪਣੇ ਮੈਸੇਜ ਕਨਵੇ ਕਰ ਸਕਦੇ ਹੋ Mandeep, this is what I do with my son. Great. So what is your message for the audience? जो सारे ਤੁਹਾਨੂੰ सुन रहे ने so last message to everybody. So the final message for everyone is that the world and life is really beautiful and we all have got this life only for once. So live it for yourself because I always believe in this mantra YOLO, you only live once and we all are blessed. It's not the beauty of the face through which people love you or learn about you. It's about your values. So develop good values, do the best for yourself, love yourself as much as you can, and do spread happiness around. We have got Mandeep, who always says smiles.care. She has such a good connotation attached with her own group. So that is what I want to say, that believe in yourself, trust yourself. You are the best version of yourself. Have no competition with anyone, and always rise, rise, and rise. That is what I want to say. Okay, great. Okay, thank you so much. Thank you for being on Mandeep Kaur the show. God bless. Thank you.
ਸੋ ਆਈ ਹੋਪ ਕਿ ਅੱਜ ਦਾ ਐਪੀਸੋਡ ਤੁਹਾਨੂੰ ਬਹੁਤ ਅੱਛਾ ਲੱਗਾ ਹੋਵੇਗਾ ਐਂਡ ਵੀ ਹੈਡ ਸੋ ਮੈਨੀ ਆਨਸਰਸ ਫਰਮ ਡਾਕਟਰ ਦਿਸ਼ਾ ਖੰਨਾ ਕਿ ਇੰਗਲਿਸ਼ ਦੇ ਬਾਰੇ ਜਿੰਨੇ ਵੀ ਸਾਡੇ ਮਨ ਵਿੱਚ ਸਵਾਲ ਨੇ ਮੈਨੂੰ ਲੱਗਦਾ ਕਿ ਆਲਮੋਸਟ ਸਾਰੇ ਹੀ ਉਹਨਾਂ ਨੇ ਆਨਸਰ ਜਿਹੜੇ ਉਹਦੇ ਕਰਤੇ ਨੇ ਕਿ ਕਿਵੇਂ ਅਸੀਂ ਘਰ ਬੈਠੇ ਹੀ ਆਪਣੇ ਮੋਬਾਈਲ ਦੇ ਥਰੂ ਜਾਂ ਆਪਣੇ ਲੈਪਟਾਪ ਦੇ ਥਰੂ ਵੇਰੀਅਸ ਐਪਸ ਜਿਹੜੀ ਆ ਉਹ ਅਸੀਂ ਘਰ ਬੈਠੇ ਇੰਗਲਿਸ਼ ਜਿਹੜੀ ਆ ਉਹ ਸਿੱਖ ਸਕਦੇ ਹਾਂ ਤੇ ਸਾਨੂੰ ਬਹੁਤ ਜ਼ਿਆਦਾ ਫਾਰਮਲ ਜਿਹੜੀ ਆ ਉਹ ਪੜ੍ਹਾਈ ਦੀ ਜ਼ਰੂਰਤ ਨਹੀਂ ਆ ਇੰਗਲਿਸ਼ ਸਿੱਖਣ ਲੱਗੇ ਬਿਕੋਜ਼ ਇਹ ਸਿਰਫ ਇੱਕ ਜਿਹੜੀ ਆ ਉਹ ਲੈਂਗੁਏਜ ਹੈ ਸੋ ਇੰਗਲਿਸ਼ ਨੂੰ ਅਸੀਂ ਹਵਾ ਨਹੀਂ ਬਣਾਉਣਾ ਐਂਡ ਇੰਗਲਿਸ਼ ਨੂੰ ਅਸੀਂ ਆਰਾਮ ਨਾਲ ਜਿਹੜਾ ਸਿੱਖਣਾ ਹੈ ਪਲੱਸ ਅਸੀਂ ਆਇਲਸ ਸੈਂਟਰ ਕਿਵੇਂ ਚੂਜ਼ ਕਰਨਾ ਹੈ ਉਹਦੇ ਬਾਰੇ ਵੀ ਉਹਨਾਂ ਨੇ ਅੱਜ ਗੱਲ ਕੀਤੀ ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਮਨਦੀਪ ਕੌਰ ਸਿੱਧੂ ਸ਼ੋ